ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स विच मैं हाँ तरनजीत कौर घुमन। दोस्तों अज है ट्यूसडे ते ट्यूसडे नूं हर रोज़ हर ट्यूसडे नूं दोपहर नूं 3 वजे टोरंटो समय के मुताबिक असीं इमीग्रेशन मैटर्स प्रोग्राम लाइव लैके हाज़र होंगे हाँ। सो अज प्रोग्राम लाइव है। तुहाडा कैनेडियन इमीग्रेशन संबंधी कोई भी सवाल है सानूं अज दे लाइव प्रोग्राम में तुसीं कॉल कर सकते हो। कैनेडियन इमीग्रेशन संबंधी जो ताज़ा अपडेशन आई है तो तुहाडे सवालों के जवाब देने लई साडे नाल जुड़ चुके हैं जी स्टूडियो में CWC इमीग्रेशन तो गुरप्रीत खैरा जी। स्वागत है सर। बहुत बहुत शुक्रिया तरन ते सारे दर्शकों सत श्री अकाल जी। की हाल चाल है सर? बहुत वधिया जी। सर वैक्सीन आ गई है, इमीग्रेशन के मैटर दे विच हुण लगदा कि कुछ पॉजिटिव देखने को मिलेगा, कुछ ओपन्स होणगे जिहड़े इस तरीके नाल जी कुछ प्रोसैसेस बंद ने या डिले चल रहे ने, कुछ होएगा सर? जी बिल्कुल तरन, पल हारे इन्नी नेड़े दे फ्यूचर च नेड़े भविख च आस नहीं हैगी है क्योंकि हाले डोज बहुत घट हैगे ने। सो जदों मे बी मार्च अप्रैल तक जदों फुल वैक्सीनेशन रजीम शुरू हो जाऊगा, हाँ जी, शायद वो तो बाद ਆਪਾਂ ਨੂੰ ਚੇਂਜਸ ਦਿਸਣ ਨੂੰ ਮਿਲਣਗੀਆਂ, ਓਪਨਿੰਗ ਅਪ ਦਿਸਣ ਨੂੰ ਮਿਲੂਗਾ। ਰੀਜ਼ਨ ਇਹ ਹੈਗਾ ਕਿਉਂਕਿ ਪਹਿਲਾਂ ਹੀ ਆਪਾਂ ਬਹੁਤ ਬੈਕਲੌਗਡ ਹੈਗੇ ਆ। ਆਪਾਂ 1% ਪਾਪੂਲੇਸ਼ਨ ਹੋਣਾ ਜ਼ਰੂਰੀ ਹੈਗਾ ਹਰ ਸਾਲ ਨਵੇਂ ਇਮੀਗ੍ਰੈਂਟਸ ਦੀ ਬਰਥ ਰੇਟ ਨੂੰ ਮੇਨਟੇਨ ਕਰਕੇ ਰੱਖਣ ਲਈ ਜੀ। ਉਹ ਆ ਸਾਲ ਆਪਾਂ ਪੂਰਾ ਨਹੀਂ ਕਰ ਪਾਵਾਂਗੇ, ਇਸੇ ਕਰਕੇ ਆਉਣ ਵਾਲੇ ਸਾਲਾਂ 'ਚ ਥੋੜਾ ਵਾਧਾ ਉਹ 'ਚ ਕੀਤਾ ਗਿਆ ਕਿ ਤਾਂ ਕਿ ਆਹ ਸਾਲ ਦਾ ਜਿਹੜਾ ਆਪਾਂ ਡੈਫਿਸਿਟ ਹੈਗਾ ਉਹਨੂੰ ਆਉਣ ਵਾਲੇ ਸਾਲਾਂ 'ਚ ਪੂਰੇ ਕਰ ਸਕੀਏ। ਪਰ ਉਹ ਡੈਫਿਸਿਟ ਪੂਰਾ ਕਰਨ ਨੂੰ ਵੀ ਉਨੇ ਹੀ ਬੰਦੇ ਵੀ ਚਾਹੀਦੇ ਨੇ ਜੀ ਪ੍ਰੋਸੈਸ ਕਰਨ ਨੂੰ। ਸੋ ਇਮੀਗ੍ਰੇਸ਼ਨ ਨੇ ਕੋਈ ਐਕਸਟਰਾ ਅਲਾਟਮੈਂਟ ਤਾਂ ਨਹੀਂ ਕੀਤਾ। ਹਾਂਜੀ, ਉਹਨਾਂ ਨੇ ਇੱਕ ਨਵਾਂ ਜਿਹੜਾ ਪ੍ਰੋਸੈਸਿੰਗ ਸਿਸਟਮ ਹੈ ਉਹਦੇ 'ਚ ਤਕਰੀਬਨ $5 ਮਿਲੀਅਨ ਇਨਵੈਸਟ ਕੀਤੇ ਨੇ, ਜਿਹਦੇ ਕਰਕੇ ਛੇਤੀ ਪ੍ਰੋਸੈਸਿੰਗ ਅੱਗੇ ਨੂੰ ਹੋਣ ਨੂੰ ਆਪਾਂ ਨੂੰ ਦਿਖੂਗੀ। ਤੇ ਦੂਜਾ ਇੱਕ ਹੋਰ ਜਿਹੜਾ ਚੇਂਜ ਕੀਤਾ ਜਾ ਰਿਹਾ ਉਹ ਕੀਤਾ ਜਾ ਰਿਹਾ ਹੈ ਕਿ ਜਿੱਥੇ ਕੰਮ ਘੱਟ ਹੈਗਾ ਉਹਨਾਂ ਦਫ਼ਤਰਾਂ ਨੂੰ ਕੰਮ ਦਿੱਤਾ ਜਾਵੇ। ਜਿਵੇਂ ਪਿੱਛੇ ਇਹ ਦੇਖਣ ਨੂੰ ਮਿਲਿਆ ਕਿ ਇੰਡੀਆ ਦੀਆਂ ਵਰਕ ਪਰਮਿਟ ਐਪਲੀਕੇਸ਼ਨਸ ਬਹੁਤ ਸਾਰੀਆਂ ਚਾਈਨਾ ਦੇ ਵਿੱਚੋਂ ਟ੍ਰਾਂਸਫਰ ਕੀਤੀਆਂ ਗਈਆਂ, ਕੈਨੇਡੀਅਨ ਦਫ਼ਤਰ ਦੇ ਵਿੱਚ ਉੱਥੇ ਹੋਈਆਂ, ਜਾਂ ਵੀਐਨਾ ਦੇ ਵਿੱਚੋਂ ਟ੍ਰਾਂਸਫਰ ਕੀਤੀਆਂ ਗਈਆਂ। ਜਿੱਥੇ ਕੰਮ ਘੱਟ ਹੈਗਾ ਤੇ ਅਫਸਰ ਅਵੇਲੇਬਲ ਨੇ ਉੱਥੇ ਨੂੰ ਇਹ ਚੰਗਾ ਹੈ। ਇਹਦੇ ਲਈ ਕਾਨੂੰਨ 'ਚ ਪਿੱਛੇ ਇੱਕ ਤਬਦੀਲੀ ਵੀ ਕੀਤੀ ਗਈ ਸੀ। ਕਾਨੂੰਨ ਦੀ ਧਾਰਾ 11 ਦੇ ਵਿੱਚੋਂ ਪਹਿਲਾਂ ਕਾਨੂੰਨ ਦੀ ਰਿਕੁਆਇਰਮੈਂਟ ਹੁੰਦੀ ਸੀ ਕਿ ਬੰਦਾ ਜਿੱਥੇ ਦਾ ਨੈਸ਼ਨਲ ਹੈਗਾ ਜਾਂ ਪਰਮਾਨੈਂਟ ਰੈਜ਼ੀਡੈਂਟ ਹੈਗਾ ਤੇ ਜਾਂ ਉਹਨੂੰ 1 ਸਾਲ ਰਹਿਣ ਦੀ ਇਜਾਜ਼ਤ ਹੈ, ਉੱਥੋਂ ਹੀ ਅਰਜ਼ੀ ਪ੍ਰੋਸੈਸ ਕੀਤੀ ਜਾਵੇ। ਪਰ ਉਹ ਕਾਨੂੰਨ 'ਚ ਤਬਦੀਲੀ ਕਰਕੇ ਹੁਣ ਇਹ ਕਰਤਾ ਕਿ ਮਿਨਿਸਟਰ ਨੂੰ ਇਹ ਅਧਿਕਾਰ ਦੇਤੇ ਕਿ ਉਹ ਕਿੱਥੋਂ ਅਰਜ਼ੀ ਪ੍ਰੋਸੈਸ ਕਰਨਾ ਚਾਹੁੰਦਾ। ਇਹ ਬਹੁਤ ਜ਼ਰੂਰੀ ਸੀਗਾ ਕਿਉਂਕਿ ਨਹੀਂ ਤਾਂ ਜੇ ਉਹ ਹੈਗਾ ਤਾਂ ਦਿੱਲੀ ਤੋਂ ਹੀ ਪ੍ਰੋਸੈਸ ਹੋਊਗੀ, ਹੋਰ ਕਿਤੋਂ ਹੋ ਨਹੀਂ ਸਕਦੀ। ਸੋ ਇਹ ਤਬਦੀਲੀ ਕਰਨ ਕਰਕੇ ਹੁਣ ਤੁਹਾਨੂੰ ਅਗਲੇ ਸਮੇਂ 'ਚ ਆਉਣ ਨੂੰ ਦਿਖੂਗਾ ਕਿ ਜੇ ਬੰਦਾ ਚਾਹੇ ਇੰਡੀਆ ਦਾ ਹੈ ਉਹਦੀ ਅਰਜ਼ੀ ਮੇ ਵੀ ਵਿਆਨਾ 'ਚੋਂ ਪ੍ਰੋਸੈਸ ਹੋ ਰਹੀ ਹੈ, ਚਾਹੇ ਉਹ ਰਸ਼ੀਆ 'ਚ ਹੋ ਰਹੀ ਹੈ, ਪਰ ਬੰਦਾ ਉਹ ਇੰਡੀਆ ਦਾ। ਸੋ ਇਹਦੇ ਕਰਕੇ ਜਿਹੜਾ ਉਹ ਕੰਮ 'ਚ ਤੇਜ਼ੀ ਆਊਗੀ। ਸਰ ਇਹਦੇ ਨਾਲ ਉਹਨਾਂ ਦੇ ਪ੍ਰੋਸੈਸ ਦੇ ਉੱਤੇ ਕੋਈ ਅਸਰ ਤਾਂ ਨਹੀਂ ਪਊਗਾ? ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹੁਣ ਅੱਜ ਕੱਲ੍ਹ ਕੁਝ ਰਿਜੈਕਸ਼ਨ ਕੇਸਿਸ ਵੀ ਵੱਧ ਰਹੇ ਨੇ, ਚਾਹੇ ਉਹ ਅਲੱਗ-ਅਲੱਗ ਕੇਸਿਸ ਦੇ ਹੋਵੇ। ਸੋ ਰਿਜੈਕਸ਼ਨ ਰੇਸ਼ੋ ਜਿਹੜੀ ਇਸ ਵਕਤ ਵੱਧ ਰਹੀ ਹੈ, ਕੀ ਇਹਦੇ ਕਰਕੇ ਵੱਧ ਰਹੀ ਹੈ? ਤਰਨ ਜਿਹੜੇ ਲੋਕਲ ਏਰੀਆ ਐਕਸਪਰਟ ਹੁੰਦੇ ਨੇ, ਹੁਣ ਜੇ ਕੋਈ ਇੰਡੀਆ ਦੇ ਵਿੱਚੋਂ ਕੰਮ ਕਰਨ ਵਾਲਾ ਆਫਿਸਰ ਆ, ਉਹ ਉਸ ਪਰਪਸਲੀ ਟ੍ਰੇਨਡ ਹੈ, ਉਹਨੂੰ ਲੋਕਲ ਇਨਵਾਇਰਮੈਂਟ ਬਾਰੇ ਜ਼ਿਆਦਾ ਵਧੀਆ ਜਾਣਕਾਰੀ ਹੈਗੀ ਹੈ। ਸੋ ਉਹ ਆਪਣੀ ਐਕਸਪਰਟੀਜ਼ ਉਹ ਚਲਾ ਸਕਦਾ। ਪਰ ਜੋ ਉਹਦੀ ਅਰਜ਼ੀ ਨੂੰ ਚਾਈਨਾ 'ਚ ਟ੍ਰਾਂਸਫਰ ਕਰ ਦਿੱਤਾ ਜਾਵੇ ਤਾਂ ਜਿਹੜਾ ਚਾਈਨਾ 'ਚੋਂ ਕੈਨੇਡੀਅਨ ਅਫਸਰ ਕੰਮ ਕਰ ਰਿਹਾ ਉਹਨੂੰ ਉਹ ਏਰੀਆ ਦੀ ਨੌਲੇਜ ਹੈ। ਹਾਂਜੀ, ਇਹ ਆਉਂਦੀ ਹੈ, ਗੱਲ ਸਾਹਮਣੇ ਦੇਖਣ ਨੂੰ ਮਿਲੀ ਹੈ। ਪਰ ਉਹਦੇ ਲਈ ਜਿਹੜਾ ਕਾਨੂੰਨੀ ਪ੍ਰੋਸੈਸ ਹੈਗਾ, ਜੁਡੀਸ਼ੀਅਲ ਰਿਵਿਊ ਹੈ, ਜਿਹੜੇ ਅਪੀਲ ਹੈ, ਤੁਸੀਂ ਉਹ ਕਰ ਸਕਦੇ ਹੋ। ਤੇ ਬਹੁਤੇ ਕੇਸਿਸ ਦੇ ਵਿੱਚ ਇਹ ਦੇਖਿਆ ਜਾਂਦਾ ਜਦੋਂ ਆਪਾਂ ਅਪੀਲ ਕਰਦੇ ਹਾਂ ਤਾਂ ਉਸ ਸਮੇਂ ਜੇ ਉਹ ਜਿਹੜਾ ਪ੍ਰੋਸੀਜਰਲੀ ਫੇਅਰ ਡਿਸੀਜਨ ਨਹੀਂ ਹੈਗਾ ਜਾਂ ਪ੍ਰਿੰਸੀਪਲਸ ਆਫ ਨੈਚੁਰਲ ਜਸਟਿਸ ਨੂੰ ਐਡਹੇਅਰ ਨਹੀਂ ਕਰਦਾ ਤਾਂ ਸਰਕਾਰੀ ਵਕੀਲ ਬਹੁਤ ਛੇਤੀ ਸਮਝੌਤਾ ਕਰਨ ਨੂੰ ਤਿਆਰ ਹੋ ਜਾਂਦਾ ਕਿ ਤੁਸੀਂ ਆਪਦਾ ਅਪੀਲ ਵਿਡਰਾਅ ਕਰ ਲਓ, ਅਸੀਂ ਨਵੇਂ ਅਫਸਰ ਨੂੰ ਦੇ ਦਿੰਦੇ ਹਾਂ ਪ੍ਰੋਸੈਸ। ਫਿਰ ਟੈਕਨੀਕਲੀ ਆਪਾਂ ਆਪਣੀ ਅਪੀਲ ਜਿੱਤ ਗਏ ਹੋਏ ਹਾਂ। ਹਾਂਜੀ, ਬਿਲਕੁਲ ਇਹ ਚੀਜ਼ ਸਾਹਮਣੇ ਆ ਰਹੀ ਹੈ, ਪਰ ਉਹਦਾ ਹੱਲ ਇਹੀ ਹੈ ਕਿ ਤੁਸੀਂ ਉਹਨੂੰ ਅਪੀਲ ਜ਼ਰੂਰ ਕਰੋ ਡਿਸੀਜਨ। ਬਿਲਕੁਲ, ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਅੱਜ ਟਿਊਜ਼ਡੇ ਨੂੰ ਸਾਡਾ ਪ੍ਰੋਗਰਾਮ ਇਸ ਵਕਤ ਲਾਈਵ ਪ੍ਰੋਗਰਾਮ ਹੈ। ਤੁਹਾਡਾ ਕੋਈ ਸਵਾਲ ਹੈਗਾ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ, ਸਾਡੇ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵਕਤ ਸਭ ਤੋਂ ਵੱਧ ਜਿਹਦੀਆਂ ਕੁਆਰੀਜ਼ ਆ ਰਹੀਆਂ ਨੇ ਨੈਨੀਜ਼ ਦੀ ਅਸੀਂ ਗੱਲ ਕਰੀਏ। ਸੋ ਨੈਨੀ ਪ੍ਰੋਸੈਸ ਦੀਆਂ ਐਪਲੀਕੇਸ਼ਨਸ ਆਪਾਂ ਬੀਤੇ ਦਿਨੀ ਗੱਲ ਕੀਤੀ ਸੀ ਕਿ ਇਸ ਵਾਰ ਦਾ ਕੋਟਾ ਪੂਰਾ ਹੋ ਚੁੱਕਿਆ ਵਾ। ਸੋ ਨੈਕਸਟ ਈਅਰ ਦੀਆਂ ਐਪਲੀਕੇਸ਼ਨਸ ਕਦੋਂ ਤੋਂ ਇਨਵੀਟੇਸ਼ਨਸ ਜਿਹੜੇ ਆ ਉਹ ਸ਼ੁਰੂ ਹੋ ਜਾਣਗੇ? ਕਿ ਜਨਵਰੀ ਤੋਂ ਸ਼ੁਰੂਆਤ ਹੋ ਜਾਏਗੀ? ਬਿਲਕੁਲ ਤਰਨ, 1 ਜਨਵਰੀ
ਗੱਲ ਕਰੀਏ ਆਪਾਂ, ਦਰਸ਼ਕ ਜੁੜ ਗਏ ਨੇ ਪਹਿਲਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਇੱਥੋਂ ਮਿਸੀਸਾਗਾ ਤੋਂ ਜੀ। ਦੱਸੋ ਕੀ ਸਵਾਲ ਹੈ ਮੇਰੇ? ਹਾਂਜੀ, ਮੈਂ ਪੁੱਛਣਾ ਸੀ ਗੁਰਪ੍ਰੀਤ ਸਾਹਿਬ ਨੂੰ ਜੀ। ਤੇ ਮੇਰੇ ਨਾ ਭਤੀਜੇ ਨੇ ਆਉਣਾ, ਉਹ ਕਹਿੰਦੇ ਵੀ ਕੋਈ ਵੀ ਨਹੀਂ ਅਜੇ ਖੁੱਲਿਆ, ਨਾ ਤਾਂ ਉਹ ਜਿੱਥੇ ਫਿੰਗਰਪ੍ਰਿੰਟ ਲੈਂਦੇ ਉਹ ਖੁੱਲਿਆ, ਨਾ ਕੋਈ ਡਾਕਟਰੀ ਵਾਲਾ। ਫਿਰ ਕਿੰਨੀ ਕੁ ਟਾਈਮ ਲੱਗੇਗਾ? ਉਹਨੇ ਕਿਸ ਪਰਪਸ ਲਈ ਆਉਣਾ ਸੀ ਜੀ ਆਪ ਜੀ ਦੇ ਭਤੀਜੇ ਨੇ? ਹਾਂਜੀ, ਉਹ ਟਰੱਕ ਡਰਾਈਵਰ ਹੈ ਦੁਬਈ ਤੋਂ। ਉਹਨੇ ਵਰਕ ਪਰਮਿਟ ਲਈ ਅਰਜ਼ੀ ਦਾਖਲ ਕੀਤੀ ਹੋਈ ਹੈ ਜੀ? ਹਾਂਜੀ ਹਾਂਜੀ। ਉਹ ਕਿੱਥੇ ਦਾਖਲ ਕੀਤੀ ਹੋਈ ਹੈ ਜੀ ਵਰਕ ਪਰਮਿਟ ਦੀ ਅਰਜ਼ੀ? ਇੱਧਰ ਮੈਂ ਕਹਿੰਦੀ ਵੈਨਕੂਵਰ ਪਰਲਾ ਸ਼ਹਿਰ। ਨਹੀਂ ਜੀ, ਕਿੱਥੇ ਰਹਿੰਦੇ ਆ ਉਹ? ਵੈਨਕੂਵਰ ਤਾਂ ਕਰ ਨਹੀਂ ਨਾ ਸਕਦੇ। ਹਾਂਜੀ ਹਾਂਜੀ, ਚੰਡੀਗੜ੍ਹ। ਹਾਂਜੀ, ਚੰਡੀਗੜ੍ਹ ਅਰਜ਼ੀ ਦਾਖਲ ਕੀਤੀ ਹੈ। ਹਾਂਜੀ, ਸੋ ਜਿਹੜਾ ਸਕਰੀਨ ਤੇ ਆਨਸਰ, ਹਾਂਜੀ ਜ਼ਰੂਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਸੋ ਜਿਹੜੇ ਵਰਕ ਪਰਮਿਟ ਵਾਲੇ ਕੇਸ ਨੇ ਇਹਨਾਂ ਨੂੰ ਟੌਪ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਜੀ, ਤੇ ਜਿਹੜੀਆਂ ਫਿੰਗਰਪ੍ਰਿੰਟ ਵਾਲੇ ਦਫ਼ਤਰ ਨੇ ਉਹ ਬਾਏ ਇਨਵੀਟੇਸ਼ਨ ਹੋ ਚੁੱਕੇ ਨੇ ਹੁਣ। ਸੋ ਜਦੋਂ ਹੀ ਤੁਹਾਡੇ ਕੇਸ ਤੇ ਫੈਸਲੇ ਦੀ ਲੋੜ ਹੈਗੀ ਹੈ, ਉਹ ਫਿੰਗਰਪ੍ਰਿੰਟ ਦੀ ਲੋੜ ਹੈ, ਤਾਂ ਤੁਹਾਨੂੰ ਚਿੱਠੀ ਆਊਗੀ। ਉਹ ਚਿੱਠੀ ਤੋਂ ਬਾਅਦ ਤੁਸੀਂ ਅਪਾਇੰਟਮੈਂਟ ਬੁੱਕ ਕਰਨੀ ਆ। ਉਹ ਅਪਾਇੰਟਮੈਂਟ ਬੁੱਕ ਕਰਨ ਤੋਂ ਬਾਅਦ ਹੀ ਜਿਹੜਾ ਤੁਸੀਂ ਜਾ ਕੇ ਉੱਥੇ ਫਿੰਗਰਪ੍ਰਿੰਟ ਦੇ ਸਕਦੇ ਹੋ ਜੀ। ਇਹਦੇ ਨਾਲ ਇਹ ਵੀ ਦੱਸਣਾ ਚਾਹੁੰਦਾ ਮੈਂ ਕਿ ਜਿਹੜੇ ਕਿਸੇ ਦਾ ਪੋਜ਼ਿਟਿਵ ਡਿਸੀਜਨ ਹੋ ਰਿਹਾ ਹੈ, ਤਾਂ ਜਿਹੜੀ ਪਾਸਪੋਰਟ ਭੇਜਣ ਦਾ ਪ੍ਰੋਸੀਜਰ ਹੈ ਉਹ ਵੀ ਬਹੁਤ ਬਦਲ ਚੁੱਕਿਆ ਹੈਗਾ ਜੀ। ਪਹਿਲਾਂ ਤੁਸੀਂ VFS ਜਿਹੜਾ ਦਫ਼ਤਰ ਹੁੰਦਾ ਸੀਗਾ, ਜਿਹੜਾ ਵੀਜ਼ਾ ਐਪਲੀਕੇਸ਼ਨ ਦਫ਼ਤਰ ਹੈ, ਉੱਥੇ ਜਾ ਕੇ ਤੁਸੀਂ ਆਪਦਾ ਪਾਸਪੋਰਟ ਜਮ੍ਹਾਂ ਕਰਾਉਂਦੇ ਸੀ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਕੋਲੇ ਜਾਂਦਾ ਸੀ, ਉਹ ਵਾਪਸ ਉੱਥੇ ਪਾਸਪੋਰਟ ਭੇਜ ਦਿੰਦੇ ਸੀ। ਤੁਸੀਂ ਉਹ ਪਾਸਪੋਰਟ ਉੱਥੋਂ ਚੱਕ ਸਕਦੇ ਸੀ ਜਾਂ ਤੁਹਾਡੇ ਘਰੇ ਆ ਜਾਂਦਾ ਸੀਗਾ। ਪਰ ਹੁਣ ਇਹਨੂੰ ਬਿਲਕੁਲ ਬਦਲ ਦਿੱਤਾ ਗਿਆ ਹੈ ਤੇ ਜਿਹੜਾ VFS ਦਫ਼ਤਰ ਹੈ ਉਹਦਾ ਪ੍ਰੋਸੀਜਰ ਇਹ ਹੈਗਾ ਕਿ ਜਦੋਂ ਤੁਹਾਨੂੰ ਪਾਸਪੋਰਟ ਦੀ ਚਿੱਠੀ ਆਉਂਦੀ ਹੈ, ਇਮੀਗ੍ਰੇਸ਼ਨ ਮਹਿਕਮਾ ਤੋਂ ਪਾਸਪੋਰਟ ਦੀ ਚਿੱਠੀ ਮੰਗਦਾ ਕਿ ਪਾਸਪੋਰਟ ਭੇਜੋ ਤੁਸੀਂ ਆਪਦਾ, ਤਾਂ ਇੱਕ 2 ਵੇ ਪ੍ਰੋਸੈਸ ਹੈ ਜਿਹਨੂੰ ਤੁਹਾਨੂੰ ਫੋਲੋ ਕਰਨਾ ਪੈਂਦਾ। ਉਹ ਪਹਿਲਾ ਪ੍ਰੋਸੈਸ ਹੈਗਾ ਕਿ ਤੁਸੀਂ VFS ਜਿਹੜਾ ਸੈਂਟਰ ਹੈਗਾ ਉਹਨੂੰ ਇੱਕ ਈਮੇਲ ਕਰਦੇ ਹੋ ਕਿ ਮੈਨੂੰ ਆ ਚਿੱਠੀ ਆਈ ਹੈਗੀ ਹੈ ਤੇ ਤੁਸੀਂ ਇਹਦਾ ਅੱਗੇ ਪ੍ਰਬੰਧ ਕਰੋ। ਫਿਰ ਉਹ ਤੁਹਾਨੂੰ ਇੱਕ ਸ਼ੀਟ ਭੇਜਦੇ ਆ, ਉਹ ਸ਼ੀਟ ਭਰ ਕੇ ਤੁਸੀਂ ਵਾਪਸ ਈਮੇਲ ਦੇ ਥਰੂ ਭੇਜਣੀ ਹੈ। ਫਿਰ ਤੁਹਾਨੂੰ ਇੱਕ ਕੋਡ ਭੇਜਦੇ ਆ, ਜਿਹੜਾ ਈਮੇਲ ਲਿੰਕ ਹੁੰਦਾ, ਉਹ ਲਿੰਕ ਦੇ ਵਿੱਚ ਜਾ ਕੇ ਤੁਸੀਂ ਪੈਸੇ ਜਮ੍ਹਾਂ ਕਰਾਉਣੇ ਆ ਤੇ ਫਿਰ ਉਹ ਤੁਹਾਡੀ ਅਪਾਇੰਟਮੈਂਟ ਫਿਕਸ ਕਰਦੇ ਆ ਕਿ ਫਲਾਣੇ ਦਿਨ ਤੁਹਾਡਾ ਪਾਸਪੋਰਟ ਫਲਾਣਾ ਬੰਦਾ ਚੱਕਣ ਆਊਗਾ। ਉਹ ਪਾਸਪੋਰਟ ਚੁੱਕ ਕੇ ਜਾਂਦਾ ਜੀ, ਉਹ ਤੋਂ ਬਾਅਦ ਇਮੀਗ੍ਰੇਸ਼ਨ ਕੋਲੇ ਆਉਂਦਾ, ਸੇਮ ਪ੍ਰੋਸੀਜਰ ਵਾਪਸ ਆਉਣ ਨੂੰ ਆਉਂਦਾ। ਸੋ ਜਿਹੜਾ ਕੰਮ 1 ਜਾਂ 2 ਦਿਨਾਂ 'ਚ ਹੋ ਸਕਦਾ ਉਹ 20 ਜਾਂ 25 ਦਿਨਾਂ 'ਚ ਹੁੰਦਾ ਹੈਗਾ, ਤੇ ਉਹਦੇ ਤੇ ਵੀ ਬੈਕ ਐਂਡ ਫੋਰਥ ਤੁਹਾਨੂੰ ਈਮੇਲ ਹੈ ਜਿਹੜਾ ਉਹ ਕਰਨਾ ਪੈਣਾ। ਜਿਵੇਂ ਤੁਸੀਂ ਕਿਹਾ ਸੀਗੇ ਕਿ ਆਉਣ ਵਾਲੇ ਸਮੇਂ 'ਚ ਤੇਜ਼ੀ ਆਊਗੀ, ਹਾਂਜੀ ਇਹ ਤੇਜ਼ੀ ਜ਼ਰੂਰ ਆ ਜੂਗੀ ਕਿ ਹਾਂ ਆਹ ਜਿਹੜੇ ਪ੍ਰੋਸੈਸਿਸ ਨੇ ਇਹ ਤੇਜ਼ ਹੋ ਜਾਣਗੇ, ਜਿੱਥੇ ਤੁਸੀਂ ਹੱਥੋਂ ਹੱਥੀ ਕੰਮ ਕਰ ਸਕੋਗੇ। ਤੇ ਸੇਮ ਫਿੰਗਰਪ੍ਰਿੰਟ ਦੇ ਉੱਤੇ ਵੀ ਇਹੀ ਆ ਜੀ, ਉਹਨਾਂ ਨੂੰ ਇੰਤਜ਼ਾਰ ਕਰਨਾ ਪੈਣਾ। ਤੇ ਫਿੰਗਰਪ੍ਰਿੰਟ ਹੁਣ ਉਹਨਾਂ ਲੋਕਾਂ ਦੇ ਲਏ ਜਾ ਰਹੇ ਨੇ ਜਿੱਥੇ ਕਿ ਉਹਨਾਂ ਦੀ ਵਾਰੀ ਆ ਰਹੀ ਹੈਗੀ ਹੈ। ਸੋ ਜੇ ਤੁਹਾਡੇ ਅੱਗੇ ਲੋਕ ਨੇ, ਪਹਿਲਾਂ ਉਹਨਾਂ ਦੀ ਵਾਰੀ ਆਊਗੀ, ਫਿਰ ਉਸ ਤੋਂ ਬਾਅਦ ਤੁਹਾਡੀ ਵਾਰੀ ਆਉਣੀ ਹੈ। ਬਿਲਕੁਲ ਸਰ। ਤੇ ਜਿਹੜੀ ਆਪਾਂ ਨੈਨੀ ਦੀ ਇਸ ਵਕਤ ਗੱਲ ਕਰ ਰਹੇ ਹਾਂ, ਪ੍ਰੋਗਰਾਮਸ ਦੀ ਸ਼ੁਰੂਆਤ ਆਪਾਂ ਤੁਸੀਂ ਗੱਲ ਕਰ ਰਹੇ ਸੀ, ਦੁਬਾਰਾ ਇਹ ਓਪਨ ਹੋਣ ਜਾ ਰਹੇ ਨੇ। ਲਾਸਟ ਟਾਈਮ ਅਸੀਂ ਦੇਖਿਆ ਸੀ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਸੀ, ਮਿਡ ਆਫ ਦਾ ਈਅਰ ਸੀਗਾ ਇਹ, ਸਟਾਰਟਿੰਗ ਤੋਂ ਸ਼ੁਰੂ ਨਹੀਂ ਹੋਇਆ ਸੀ। ਇਸ ਵਾਰ ਜਿਹੜੀਆਂ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਹੋਣਗੀਆਂ, ਕਦੋਂ ਤੋਂ ਹੋਣਗੀਆਂ? ਇਹ ਵੀ ਕੋਵਿਡ ਦਾ ਹੀ ਅਸਰ ਹੈਗਾ। ਟੈਕਨੀਕਲੀ ਜਿਹੜਾ ਪ੍ਰੋਗਰਾਮ ਸੀ ਇਹ ਜੂਨ ਟੂ ਜੂਨ ਸੀਗਾ। ਸੋ ਸਾਲ ਹੈ ਜਿਹੜਾ ਉਹ ਜੂਨ 'ਚ ਬਣਦਾ ਸੀ, ਉਹ ਜੂਨ ਆ ਗਿਆ 2020 ਮਿਡ ਪੈਂਡੇਮਿਕ ਦੇ ਵਿੱਚੋਂ। ਤੇ ਉਸ ਸਮੇਂ ਇਮੀਗ੍ਰੇਸ਼ਨ ਕੋਲੇ ਅਰਜ਼ੀਆਂ ਤਾਂ ਆਈ ਗਈਆਂ, ਪਰ ਉਹਨਾਂ ਕੋਲੇ ਕੋਈ ਉਹਨੂੰ ਐਕਨੋਲਜ ਕਰਨ ਦਾ ਤਰੀਕਾ ਨਾ ਰਿਹਾ, ਉਹਨੂੰ ਨੰਬਰ ਕਾਊਂਟ ਕਰਨ ਦਾ ਤਰੀਕਾ ਨਾ ਰਿਹਾ, ਕਿਉਂਕਿ ਫਿਜ਼ੀਕਲ ਅਰਜ਼ੀ ਜਾ ਰਹੀ ਹੈ ਤੇ ਜੇ ਬੰਦਾ ਹੋਊਗਾ ਤਾਂ ਹੀ ਕਰ ਸਕੂਗਾ ਨਾ। ਸੋ ਉਹਨਾਂ ਨੇ ਸਟੈਕ ਕਰਨੇ ਸ਼ੁਰੂ ਕਰ ਲਿਆ ਉਹ ਅਰਜ਼ੀਆਂ ਨੂੰ। ਉਹ ਜਦੋਂ ਸਟੈਕ ਹੋਈ ਗਈਆਂ ਤੇ ਫਿਰ ਹੁਣ ਜਾ ਕੇ ਨਵੰਬਰ ਮਹੀਨੇ ਦੇ ਵਿੱਚ ਉਹਨਾਂ ਨੇ ਅਰਜ਼ੀਆਂ ਨੂੰ ਜਿਹੜਾ ਕਾਊਂਟ ਕੀਤਾ, ਉਹ ਕਾਊਂਟ ਕਰਕੇ ਉਹ ਜੂਨ ਤੱਕ ਦਾ ਸਾਲ ਗਿਣ ਲਿਆ ਤੇ ਫਿਰ ਉਹ ਤੋਂ ਬਾਅਦ ਅੱਧਾ ਸਾਲ ਇਹਨੂੰ ਗਿਣ ਲਿਆ। ਸੋ ਟੈਕਨੀਕਲੀ ਉਹ 1.5 ਸਾਲ ਦੀਆਂ ਅਰਜ਼ੀਆਂ ਹੈਗੀਆਂ ਨੇ। ਤੇ ਇਸ ਤੋਂ ਬਾਅਦ ਕ੍ਰਾਈਟੇਰੀਆ ਬਣਾ ਲਿਆ ਕਿ 1 ਜਨਵਰੀ ਤੋਂ 31 ਦਸੰਬਰ ਦੇ ਵਿਚਾਲੀ ਅਰਜ਼ੀਆਂ ਰੱਖਣਗੇ। ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਅਰਜ਼ੀਆਂ ਸਿਰਫ ਬੱਚਿਆਂ ਵਾਲੀ ਕੈਟਾਗਰੀ ਦੇ ਵਿੱਚ ਹੀ ਪੂਰੀਆਂ ਹੋਈਆਂ ਨੇ, ਬਜ਼ੁਰਗਾਂ ਵਾਲੀ ਕੈਟਾਗਰੀ 'ਚ ਪੂਰੀਆਂ ਨਹੀਂ ਹੋਈਆਂ। ਸੋ ਦੋਵੇਂ ਕੈਟਾਗਰੀ ਦੇ ਵਿੱਚੋਂ 2750 ਤੇ 2750 ਅਰਜ਼ੀਆਂ ਨੇ ਜਿਹੜੀਆਂ ਉਹ ਲਈਆਂ ਜਾਣੀਆਂ ਸੀ। ਤੇ ਜਿਹੜੇ ਬਜ਼ੁਰਗ ਨੇ ਉਹ ਲੋਕਾਂ ਨੇ ਘੱਟ ਅਪਲਾਈ ਕਰਿਆ, ਉਹਨਾਂ ਦੇ ਕੇਅਰ ਗਿਵਨ ਲਈ। ਬੱਚਿਆਂ ਦੇ ਕੇਸ ਦੇ ਵਿੱਚ ਜ਼ਿਆਦਾ ਅਪਲਾਈ ਕੀਤਾ ਹੈਗਾ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚੋਂ ਇਹਨੂੰ 1 ਜਨਵਰੀ ਤੋਂ 31 ਦਸੰਬਰ ਦੇ ਵਿਚਾਲੇ ਹੀ ਜਿਹੜਾ ਉਹ ਕ੍ਰਾਈਟੇਰੀਆ ਐਸਟੈਬਲਿਸ਼ ਕੀਤਾ ਜਾਊਗਾ ਤੇ ਉਹਦੇ ਹਿਸਾਬ ਨਾਲ ਉਹ ਅਰਜ਼ੀਆਂ ਦੀ ਗਿਣਤੀ ਕਰਨਗੇ। ਤੇ ਦੂਜਾ ਕਾਰਨ ਇਹ ਵੀ ਹੋਇਆ ਕਿ ਜਦੋਂ ਜੂਨ 19 ਦੇ ਵਿੱਚੋਂ ਇਹ ਪ੍ਰੋਗਰਾਮ ਖੁੱਲਿਆ, ਉਸ ਸਮੇਂ ਬਹੁਤੇ ਲੋਕ ਪ੍ਰੀਪੇਅਰਡ ਵੀ ਨਹੀਂ ਸੀਗੇ ਕੁਆਲੀਫਿਕੇਸ਼ਨ ਲਈ, ਕਿਉਂਕਿ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਵੀ ਬਦਲ ਦਿੱਤਾ ਗਿਆ। ਜਦੋਂ ਕ੍ਰਾਈਟੇਰੀਆ ਚੇਂਜ ਕੀਤਾ ਗਿਆ, ਉਸੇ ਸਮੇਂ ਦੌਰਾਨ ਹੀ
ਜਿਹੜੇ ਲੋਕ ਕੁਆਲੀਫਾਈ ਨਹੀਂ ਕਰਦੇ ਸੀ ਉਹ ਅਗਲੇ ਸਾਲ ਹੀ ਜਾ ਕੇ ਕਿਤੇ ਕੁਆਲੀਫਾਈ ਕਰਦੇ ਸੀ। ਸੋ ਜੇ ਪਹਿਲਾ ਕੁਆਲੀਫਿਕੇਸ਼ਨ ਕ੍ਰਾਈਟੇਰੀਆ ਉਹ ਇਨਕਮ ਦਾ ਸੀਗਾ ਜੀ। ਹੁਣ ਜੇ ਉਹ ਜੂਨ 'ਚ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਬਹੁਤੇ ਲੋਕ ਆਪਣਾ ਟੈਕਸ ਫਾਈਲ ਕਰ ਚੁੱਕੇ ਹੁੰਦੇ ਆ। ਸੋ ਜਦੋਂ ਜੇ ਉਹਨਾਂ ਨੇ ਉਹ ਸਾਲ ਦਾ ਟੈਕਸ ਫਾਈਲ ਕਰਤਾ ਤਾਂ ਟੈਕਨੀਕਲੀ ਉਹ ਕੁਆਲੀਫਾਈ ਨਹੀਂ ਕਰਨਗੇ ਜੋ ਲੋ ਇਨਕਮ ਹੋਣਗੇ। ਸੋ ਜੇ ਉਹਨਾਂ ਨੇ ਅਗਲੇ ਸਾਲ ਇਨਕਮ ਜ਼ਿਆਦਾ ਉਹਨਾਂ ਦੀ ਹੈਗੀ ਹੈ ਉਹ ਤਾਂ ਹੀ ਕੁਆਲੀਫਾਈ ਕਰਨਗੇ, ਪਰ ਉਹ ਅਗਲਾ ਸਾਲ ਤਾਂ ਫਿਰ ਜਨਵਰੀ 'ਚ ਜਾ ਕੇ ਆਊਗਾ ਨਾ ਜਦੋਂ ਅਗਲਾ ਸਾਲ ਚੜ ਜਾਊਗਾ ਜੀ। ਤੇ ਦੂਜਾ ਕ੍ਰਾਈਟੇਰੀਆ ਜਿਹੜਾ ਚੇਂਜ ਕੀਤਾ ਗਿਆ ਉਹ ਇਹ ਸੀਗਾ ਕਿ ਤੁਹਾਡੇ ਕੋਲ ਪੋਸਟ ਸੈਕੰਡਰੀ ਐਜੂਕੇਸ਼ਨ ਵੀ ਹੋਣੀ ਚਾਹੀਦੀ ਸੀਗੀ 1 ਸਾਲ ਦੀ ਘੱਟੋ ਘੱਟ। ਪਹਿਲਾਂ ਗ੍ਰੇਡ 12 ਬਾਰੇ ਕੁਆਲੀਫਾਈ ਕਰ ਲੈਂਦੇ ਸੀ, ਉਹ ਤੋਂ ਬਾਅਦ 1 ਸਾਲ ਪੋਸਟ ਸੈਕੰਡਰੀ ਵੀ ਕਰਨਾ ਸੀ। ਹੁਣ ਜਿਹੜੇ ਲੋਕਾਂ ਕੋਲ ਐਜੂਕੇਸ਼ਨ ਨਹੀਂ ਉਹ ਵੈਸੇ ਨਹੀਂ ਕੁਆਲੀਫਾਈ ਕਰਦੇ ਸੀ। ਸੋ ਜਿਹੜਾ 19 ਸਾਲ ਦੇ ਪਹਿਲੀ 6 ਮਹੀਨੇ ਸੀਗਾ, ਮਤਲਬ ਕਿ ਜੂਨ ਤੋਂ ਦਸੰਬਰ ਸੀ, ਉਦੋਂ ਲੱਗਦਾ ਬਹੁਤੇ ਲੋਕਾਂ ਨੇ ਅਰਜ਼ੀਆਂ ਦਾਖਲ ਨਹੀਂ ਕੀਤੀਆਂ। ਉਹੀ ਲੋਕ ਕਰ ਸਕੇ ਜਿਹੜੇ ਕੁਆਲੀਫਾਈ ਕਰਦੇ ਸੀਗੇ ਜੀ। ਕੁਆਲੀਫਿਕੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਚੇਂਜਸ ਕੀਤੇ ਗਏ ਨੇ। ਸੋ ਪਹਿਲਾਂ ਹੁੰਦਾ ਸੀਗਾ ਕਿ ਤੁਸੀਂ ਕੁਆਲੀਫਾਈ ਜਦੋਂ ਹੁੰਦੇ ਸੀਗੇ ਉੱਥੇ ਪਹਿਲਾਂ ਤੁਸੀਂ ਐਪਲੀਕੇਸ਼ਨ ਲਗਾ ਦਿੱਤੀ, ਇੱਥੇ ਆ ਕੇ ਆਪਣਾ ਪੀਆਰ ਦਾ ਪ੍ਰੋਸੈਸ ਲਗਾਉਂਦੇ ਸੀ, ਦੈਨ ਪਤਾ ਲੱਗਦਾ ਸੀ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਨਹੀਂ। ਹੁਣ ਪਿੱਛੋਂ ਹੀ ਸਾਰੀਆਂ ਇਹ ਅਪਡੇਸ਼ਨਸ ਜਿਹੜੀਆਂ ਕਰਕੇ ਆਉਣਗੇ ਕੁਆਲੀਫਿਕੇਸ਼ਨ ਦੀਆਂ ਪੂਰੀਆਂ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਮੋਂਟਰੀਅਲ ਤੋਂ ਮਲਿਕ ਗੱਲ ਕਰ ਰਿਹਾ ਜੀ ਸਰ। ਤੇ ਮੈਂ ਆਪਣੀ ਵਾਲਦਾ ਵਾਸਤੇ ਸੁਪਰ ਵੀਜ਼ਾ ਜਮ੍ਹਾਂ ਕਰਾਇਆ ਸੀ, 4 ਮਹੀਨੇ ਹੋ ਗਏ ਤੇ ਉਹਦਾ ਹਾਲੇ ਤੱਕ ਕਿਸੇ ਦਾ ਕੋਈ ਜਵਾਬ ਨਹੀਂ ਆਇਆ। ਉਹ ਕਿੱਥੇ ਦਾਖਲ ਕੀਤਾ ਸੀ ਜੀ? ਇੱਥੇ ਆਪਣੇ ਮੋਂਟਰੀਅਲ 'ਚ। ਹਾਂਜੀ, ਸੋ ਆਨਲਾਈਨ ਅਰਜ਼ੀ ਦਾਖਲ ਕੀਤੀ ਮੌਂਟਰੀਅਲ 'ਚ ਤਾਂ ਕਰ ਨਹੀਂ ਸਕਦੇ ਸੀਗੇ ਜੀ। ਤੁਹਾਡੇ ਵਾਲਿਦਾ ਕੈਨੇਡਾ ਦੇ ਅੰਦਰ ਨੇ ਜਾਂ ਉਹ ਕੈਨੇਡਾ ਤੋਂ ਬਾਹਰ ਨੇ ਜੀ? ਨਹੀਂ ਕੈਨੇਡਾ ਚ, ਪਾਕਿਸਤਾਨ ਜੀ। ਪਾਕਿਸਤਾਨ ਦੇ ਵਿੱਚ ਨੇ ਜੀ। ਹਾਂਜੀ, ਸੋ ਤੁਸੀਂ ਮੌਂਟਰੀਅਲ 'ਚ ਨਹੀਂ ਦਾਖਲ ਕੀਤਾ, ਤੁਸੀਂ ਲੱਗਦਾ ਕਿ ਆਨਲਾਈਨ ਅਰਜ਼ੀ ਕੀਤੀ ਹੈਗੀ ਹੈ? ਜੀ ਆਨਲਾਈਨ ਕੀਤੀ ਸੀ। ਤੇ ਤੁਹਾਨੂੰ ਐਕਨੋਲਜਮੈਂਟ ਆ ਗਿਆ ਸੀ ਉਹਦਾ? ਨਹੀਂ। ਹਾਂਜੀ, ਜੇ ਆਨਲਾਈਨ ਦਾਖਲ ਕੀਤੀ ਹੈ ਤੁਹਾਨੂੰ ਰਾਈਟ ਵੇ ਉਹਦਾ ਐਕਨੋਲਜਮੈਂਟ ਆਉਣਾ ਚਾਹੀਦਾ ਸੀ। ਉਸੇ ਵਕਤ ਜਦੋਂ ਤੁਸੀਂ ਅਰਜ਼ੀ ਸਬਮਿਟ ਕੀਤੀ ਸੀ ਨਾਲੇ ਐਕਨੋਲਜਮੈਂਟ ਆਉਣਾ ਚਾਹੀਦਾ ਸੀਗਾ। ਤੁਸੀਂ ਅਰਜ਼ੀ ਖੁਦ ਕੀਤੀ ਸੀ ਜਾਂ ਕਿਸੇ ਦੀ ਮਦਦ ਲਈ ਸੀਗੀ? ਕਿਸੇ ਦੀ ਮਦਦ ਲਈ ਸੀ। ਹਾਂਜੀ, ਸੋ ਤੁਸੀਂ ਉਹਨਾਂ ਨੂੰ ਪਤਾ ਕਰੋ ਕਿ ਉਹਨਾਂ ਨੂੰ ਐਕਨੋਲਜਮੈਂਟ ਆਇਆ। ਜੇ ਐਕਨੋਲਜਮੈਂਟ ਆਇਆ ਅਰਜ਼ੀ ਤਾਂ ਹੀ ਦਾਖਲ ਹੈਗੀ ਹੈ। ਜੇ ਐਕਨੋਲਜਮੈਂਟ ਨਹੀਂ ਆਇਆ ਤਾਂ ਅਰਜ਼ੀ ਦਾਖਲ ਨਹੀਂ ਹੈਗੀ। ਆਨਲਾਈਨ ਦੇ ਵਿੱਚੋਂ ਨਾਲ ਦੀ ਨਾਲ ਆਉਣਾ ਚਾਹੀਦਾ ਹੈਗਾ। ਸੋ ਜੇ ਤੁਹਾਨੂੰ ਐਕਨੋਲਜਮੈਂਟ ਲੈਟਰ ਮਿਲ ਜਾਂਦਾ ਹੈਗਾ ਤੇ ਕਾਫੀ ਸਮਾਂ ਹੋ ਗਿਆ, ਵਕਤ ਕਾਫੀ ਲੰਘ ਗਿਆ, ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ, ਅਸੀਂ ਅੱਗੇ ਮਦਦ ਕਰ ਸਕਦੇ ਹਾਂ। ਨਹੀਂ ਜੀ, ਮੇਰੀ ਵਾਈਫ ਕਹਿ ਰਹੀ ਹੈ ਕਿ ਆ ਗਿਆ ਸੀ ਐਕਨੋਲਜਮੈਂਟ ਲੈਟਰ ਆ ਗਿਆ ਜੀ। ਬਹੁਤ ਵਧੀਆ। ਆਪਾਂ ਟੀਵੀ ਸਕਰੀਨ ਤੇ ਆਨਸਰ ਦੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਜੇ ਇੱਕ ਬਹੁਤ ਵੱਡਾ ਗਲਿਚ ਹੈਗਾ ਤਰਨ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਗਿਆ ਕਿ ਜਿੱਥੇ ਕਿਉਂਕਿ ਹਾਲੇ ਇਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਹੈਗਾ ਜਿਹੜਾ ਆਨਲਾਈਨ ਪ੍ਰੋਸੈਸਿੰਗ ਅੱਗੇ ਬਿਨਾਂ ਬੰਦਿਆਂ ਤੋਂ ਪ੍ਰੋਸੈਸ ਕਰਨਾ, ਇਹ ਹਾਲੇ ਉਹ ਸਟੇਜ ਤੇ ਨਹੀਂ ਪਹੁੰਚਿਆ ਕਿ ਇਹ ਹਿਊਮਨ ਇੰਟੈਲੀਜੈਂਸ ਦੇ ਬਰਾਬਰ ਕੰਮ ਕਰ ਸਕੇ। ਸੋ ਇਹ 'ਚ ਬਹੁਤ ਸਾਰੀਆਂ ਗਲਿਚਸ ਨੇ। ਇੱਕ 2018 ਦਾ ਕੇਸ ਹੈਗਾ ਫੈਡਰਲ ਕੋਰਟ ਆਫ ਕੈਨੇਡਾ ਦਾ, ਜਿੱਥੇ ਕਿ ਇਮੀਗ੍ਰੇਸ਼ਨ ਮਹਿਕਮੇ ਨੇ ਐਕਨੋਲਜ ਨਹੀਂ ਕੀਤਾ ਕਿ ਅਰਜ਼ੀ ਉਹਨਾਂ ਕੋਲੇ ਪਹੁੰਚ ਗਈ ਹੈ, ਪਰ ਸਿਸਟਮ ਨੇ ਇੱਕ ਐਕਨੋਲਜਮੈਂਟ ਲੈਟਰ ਜਨਰੇਟ ਕਰਤਾ ਕਿ ਅਰਜ਼ੀ ਉੱਥੇ ਪਹੁੰਚ ਚੁੱਕੀ ਹੈਗੀ ਹੈ। ਸੋ ਜਿਹੜੇ ਬੰਦੇ ਨੇ ਅਰਜ਼ੀ ਦਾਖਲ ਕੀਤੀ ਉਹਨੂੰ ਇਹ ਭੁਲੇਖਾ ਰਿਹਾ ਹੈ, ਵਹਿਮ ਰਿਹਾ ਕਿ ਮੇਰੀ ਅਰਜ਼ੀ ਉੱਥੇ ਪਹੁੰਚ ਚੁੱਕੀ ਹੈ। ਇਮੀਗ੍ਰੇਸ਼ਨ ਮਹਿਕਮੇ ਦਾ ਲੱਭਈ ਸੀ ਕਿ ਸਾਨੂੰ ਤਾਂ ਅਰਜ਼ੀ ਕਦੇ ਮਿਲੀ ਹੋ ਨਹੀਂ, ਪਰ ਜੇ ਉਹਦੇ ਕੋਲ ਐਕਨੋਲਜਮੈਂਟ ਲੈਟਰ ਸੀਗਾ ਉਹ ਵੀ ਤਾਂ ਕਿਸੇ ਨੇ ਜਨਰੇਟ ਕੀਤਾ ਹੀ ਨਾ, ਉਹਦੇ ਸਿਸਟਮ ਨੇ ਜਨਰੇਟ ਕੀਤਾ, ਉਹ ਈਮੇਲ ਚੋਂ ਹੀ ਆਇਆ। ਸੋ ਉਹ ਗਲਿਚ ਤੋਂ ਬਾਅਦ ਪਹਿਲਾਂ ਇਹ ਓਨਸ ਹੁੰਦਾ ਸੀਗਾ, ਜਿਹੜਾ ਇਹ ਓਨਸ ਹੁੰਦਾ ਸੀਗਾ ਇਮੀਗ੍ਰੇਸ਼ਨ ਮਹਿਕਮੇ ਦੇ ਉੱਤੇ ਕਿ ਉਹ ਪ੍ਰੂਵ ਕਰ ਸਕੇ ਕਿ ਅਰਜ਼ੀ ਪਹੁੰਚ ਗਈ ਉਹਨਾਂ ਕੋਲੇ, ਪਰ ਉਸ ਤੋਂ ਬਾਅਦ ਇਹ ਅਰਜ਼ੀਆਂ ਦੇ ਉੱਤੇ ਹੁਣ ਓਨਸ ਐਪਲੀਕੈਂਟ ਦੇ ਉੱਤੇ ਕਰ ਦਿੱਤਾ ਗਿਆ ਕਿ ਜੇ ਆਨਲਾਈਨ ਕਰ ਰਹੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਕਿ ਅਰਜ਼ੀ ਪਹੁੰਚਦੀ ਹੈ ਜਾਂ ਨਹੀਂ ਕਿਸ ਪਹੁੰਚਦੀ। ਇਹਦਾ ਫਿਰ ਪਤਾ ਕਿਵੇਂ ਲੱਗੇ? ਕਿਉਂਕਿ ਐਕਨੋਲਜਮੈਂਟ ਲੈਟਰ ਇੱਕ ਅਜਿਹੀ ਚੀਜ਼ ਹੈ ਜਿੱਥੋਂ ਪਤਾ ਲੱਗ ਜਾਂਦਾ ਕਿ ਲੈਟਰ ਪਹੁੰਚ ਗਿਆ। ਹੁਣ ਜਿਵੇਂ ਤੁਸੀਂ ਕਿਹਾ ਕਿ ਉਹਦੇ ਗਲਿਚ ਵੇਖਣ ਨੂੰ ਮਿਲਿਆ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬਰਾਮਦ ਤੋਂ ਬੋਲਦਾ ਜੀ। ਜੀ ਦੱਸੋ ਕੀ ਸਵਾਲ ਹੈ? ਮੈਂ ਪੁੱਛਣਾ ਸੀਗਾ ਜਿਹੜੇ ਪਿੱਛੇ ਆਨਲਾਈਨ ਅਰਜ਼ੀਆਂ ਲਈਆਂ ਸੀਗੀਆਂ ਉਹ ਕਦੋਂ ਨਿਕਲਦੀਆਂ? ਕਿਹੜੀਆਂ ਅਰਜ਼ੀਆਂ ਜੀ? ਜਿਹੜੀਆਂ ਆਪਣੀਆਂ ਆਨਲਾਈਨ ਅਰਜ਼ੀਆਂ ਲਈਆਂ ਸੀਗੀਆਂ ਆਪਣੇ ਕੰਪਿਊਟਰ ਵਾਲੇ। ਪੇਰੈਂਟਸ ਐਂਡ ਗ੍ਰੈਂਡਪੇਰੈਂਟਸ। ਤੁਸੀਂ ਪੈਰੈਂਟ ਗ੍ਰੈਂਡ ਪੈਰੈਂਟ ਦੀ ਗੱਲ ਕਰਦੇ ਹੋ ਜੀ? ਮੈਂ
ਮਾਪਿਆਂ ਦੀਆਂ ਜਿਹੜੀ ਮਾਪਿਓ ਦੀ ਅਰਜ਼ੀਆਂ ਦੀ ਗੱਲ ਕਰ ਰਹੇ ਹੋ ਜੀ ਤੁਸੀਂ ਜਿਹੜੀਆਂ ਪਾਈਆਂ ਸੀ ਬਾਬਾ ਦਾਦੀ ਜਿਹੜੇ ਆਏ ਖਬਰ ਦੇ ਜਿਹੜੇ ਆਪਾਂ ਟੀਵੀ ਸਕਰੀਨ ਤੇ ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਥੈਂਕ ਯੂ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਬੋਲ ਰਹੇ ਹੋ ਮੈਂ ਵੈਨਕੂਵਰ ਆਇਲੈਂਡ ਤੋਂ ਬੋਲ ਰਹੀ ਹਾਂ ਜੀ ਜੀ ਦੱਸੋ ਕੀ ਸਵਾਲ ਹੈ ਮੇਰਾ ਕੁਐਸਚਨ ਮੇਰੇ ਪੇਰੈਂਟਸ ਤੋਂ ਰਿਲੇਟਡ ਆ ਵੀ ਉਹ ਮਾਰਚ ਚ ਰੈਸਟ੍ਰਿਕਸ਼ਨਸ ਲੱਗਣ ਤੋਂ ਪਹਿਲਾਂ ਕੈਨੇਡਾ ਆ ਗਏ ਸੀਗੇ ਟੂਰਿਸਟ ਵੀਜ਼ਾ ਤੇ ਨੇ ਉਹ ਤੇ ਮੈਂ ਤੇ ਮੇਰਾ ਬ੍ਰਦਰ ਇੱਥੇ ਵਰਕ ਪਰਮਿਟ ਤੇ ਆ ਤੇ ਮੈਂ ਉਹਨਾਂ ਦੀ ਅਗਸਤ ਚ ਐਕਸਟੈਂਸ਼ਨ ਅਪਲਾਈ ਕਰਤੀ ਸੀਗੀ ਹਜੇ ਤੱਕ ਉਸ ਐਕਸਟੈਂਸ਼ਨ ਦਾ ਕੋਈ ਰਿਸਪੌਂਸ ਆਇਆ ਨਹੀਂਗਾ ਬਟ ਮੇਰੀ ਐਪਲੀਕੇਸ਼ਨ ਸਬਮਿਟਡ ਆ ਮੈਨੂੰ ਐਕਨੋਲਜਮੈਂਟ ਵੀ ਆ ਗਈ ਸੀਗੀ ਤੇ ਬਾਇਓਮੈਟ੍ਰਿਕਸ ਰਿਕੁਐਸਟ ਵੀ ਆਈ ਸੀ ਮੇਰਾ ਕੁਐਸਚਨ ਇਹ ਆ ਵੀ ਹੁਣ ਅਸੀਂ ਸਟਿਲ ਉਹਨਾਂ ਨੂੰ ਅਜੇ ਭੇਜਣਾ ਨਹੀਂ ਚਾਹੁੰਦੇ ਤੇ ਕਿਉਂਕਿ ਰੈਸਟ੍ਰਿਕਸ਼ਨਸ ਹਜੇ ਵੀ ਲੱਗੇ ਹੋਏ ਤਾਂ ਸਾਡੇ ਕੋਲ ਛੇਤੀ ਵਾਪਸ ਵੀ ਨਹੀਂ ਆ ਸਕਣਗੇ ਤੇ ਪੋਸੀਬਲ ਹੈ ਕਿ ਉਹਨਾਂ ਦੀ ਦੁਬਾਰਾ ਐਕਸਟੈਂਸ਼ਨ ਅਪਲਾਈ ਕਰ ਸਕੀਏ ਹਾਂਜੀ ਹਾਲੇ ਤਾਂ ਪਹਿਲੀ ਐਕਸਟੈਂਸ਼ਨ ਦਾ ਫੈਸਲਾ ਨਹੀਂ ਆਇਆ ਸੋ ਉਹਨਾਂ ਦਾ ਸਟੇਟਸ ਹੈਗਾ ਜਿਹੜਾ ਸੈਕਸ਼ਨ 186 ਦੇ ਥੱਲੇ ਇੰਪਲਾਈਡ ਹੈਗਾ ਸੋ ਜਦੋਂ ਤੱਕ ਉਹ ਅਰਜ਼ੀ ਦਾ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਉਹ ਕੈਨੇਡਾ ਦੇ ਵਿੱਚ ਰਹਿ ਸਕਦੇ ਹੈਗੇ ਆ ਸੋ ਜੇ ਉਹ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਉਂਦਾ ਤਾਂ 19 ਤਰੀਕ ਤੱਕ ਰਹਿ ਸਕਣਗੇ ਉਹ ਤੋਂ ਬਾਅਦ ਫਿਰ ਤੁਸੀਂ ਐਕਸਟੈਂਸ਼ਨ ਦੀ ਅਰਜ਼ੀ ਕਰ ਸਕਦੇ ਹੋ ਤੇ ਫਿਰ ਉਹਨਾਂ ਨੂੰ ਫਿਰ ਐਕਸਟੈਂਸ਼ਨ ਮਿਲ ਜੂਗਾ ਜੇ ਉਹ ਫੈਸਲਾ ਉਹਨਾਂ ਦੇ ਅਗੇਂਸਟ ਆਉਂਦਾ ਤਾਂ ਤੁਸੀਂ ਉਹਨੂੰ ਅਪੀਲ ਕਰ ਸਕਦੇ ਹੈਗੇ ਹੋ ਜੀ ਇਹ ਕੋਈ ਮਨਾਹੀ ਨਹੀਂ ਕਿ ਤੁਸੀਂ ਕਿੰਨੀ ਵਾਰੀ ਅਰਜ਼ੀ ਕਰ ਸਕਦੇ ਹੋ ਜਿਹੜਾ ਵਿਜ਼ਿਟਰ ਹੈਗਾ ਉਹਨੇ ਲੈਜਿਟਿਮੇਟਲੀ ਇਹ ਪ੍ਰੂਵ ਕਰਨਾ ਹੈ ਕਿ ਉਹਦਾ ਪਰਪਸ ਆਫ ਵਿਜ਼ਿਟ ਕੀ ਹੈ ਉਹਨੇ ਇਹ ਪ੍ਰੂਵ ਕਰਨਾ ਹੈ ਕਿ ਉਹਦੇ ਕੋਲ ਫਾਈਨੈਂਸ਼ੀਅਲ ਐਬਿਲਿਟੀ ਹੈਗਾ ਤੇ ਤੀਜਾ ਉਹਨੇ ਇਹ ਪ੍ਰੂਵ ਕਰਨਾ ਹੈ ਜਦੋਂ ਉਹਦਾ ਪਰਪਸ ਫੁੱਲਫਿਲ ਹੋ ਜਾਊਗਾ ਉਹ ਵਾਪਸ ਚਲਿਆ ਜਾਊਗਾ ਜੇ ਤਿੰਨੇ ਕ੍ਰਾਈਟੇਰੀਆ ਉਹ ਪੂਰਾ ਕਰਦਾ ਤਾਂ ਉਹਨੂੰ ਰਹਿਣ ਦੀ ਇਜਾਜ਼ਤ ਮਿਲ ਜਾਊਗੀ ਜੇ ਉਹ ਪ੍ਰੂਵ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਇਮੀਗ੍ਰੇਸ਼ਨ ਲਾਅ ਦੀ ਉਲੰਘਣਾ ਮੰਨਿਆ ਜਾਂਦਾ ਹੈ ਤੇ ਕਿਤੇ ਨਾ ਕਿਤੇ ਸੋਚਿਆ ਜਾਂਦਾ ਕਿ ਬੰਦਾ ਇਲੀਗਲੀ ਕੰਮ ਜਿਹੜਾ ਕਰ ਰਿਹਾ ਹੈ ਅਦਰਵਾਈਜ਼ ਇਹ ਕਿਵੇਂ ਆਪਣੇ ਆਪ ਨੂੰ ਅਫੋਰਡ ਕਰ ਸਕਦਾ ਜੇ ਉਹਦੇ ਕੋਲ ਫਾਈਨੈਂਸ਼ੀਅਲ ਐਬਿਲਿਟੀ ਨਹੀਂ ਹੈਗਾ ਜੀ ਬਿਲਕੁਲ ਇਹਦੇ ਬਾਰੇ ਸ਼ੁਕਰੀਆ ਜੀ ਕਾਲ ਕਰਨ ਲਈ ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਕਾਫੀ ਕਾਲਰਸ ਇਸ ਵਕਤ ਲਾਈਨ ਤੇ ਨੇ ਉਹਨਾਂ ਦੇ ਵੀ ਸਵਾਲ ਲੈ ਲਈਏ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਕਿੱਥੋਂ ਬੋਲ ਰਹੇ ਹੋ ਜੀ ਕਾਲਰਸ ਨੂੰ ਬੇਨਤੀ ਹੈ ਕਿ ਜਦੋਂ ਸਾਡੇ ਨਾਲ ਗੱਲ ਕਰੋ ਉਸ ਵਕਤ ਆਪਣੀ ਟੀਵੀ ਸਕਰੀਨ ਦੀ ਤੁਸੀਂ ਆਵਾਜ਼ ਨੂੰ ਬੰਦ ਕਰਕੇ ਡਾਇਰੈਕਟਲੀ ਫੋਨ ਤੇ ਸਾਡੇ ਨਾਲ ਗੱਲ ਕਰਿਆ ਕਰੋ ਇੱਕ ਹੋਰ ਕਾਲਰ ਜੁੜ ਗਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਕੀ ਸਵਾਲ ਹੈ ਤੁਹਾਡਾ ਕਿੱਥੋਂ ਬੋਲ ਰਹੇ ਹੋ ਸਾਡਾ ਸਵਾਲ ਇਹ ਤਾਂ ਮਤਲਬ ਸਾਡੀ ਬੇਟੀ ਸੀ ਜੀ ਇੰਡੀਆ ਤੋਂ ਅਪਲਾਈ ਕੀਤਾ ਸੀਗਾ ਜੀ ਦੋਤੀ ਸੀਗਾ ਜੀ ਉਹਦਾ ਮਤਲਬ ਫਾਈਲ ਓਕੇ ਹੋ ਗਈ ਜੀ ਕੈਲਗਰੀ ਲਾਇਆ ਸੀਗਾ ਜੀ ਬਹੁਤ ਵੈਲੀ ਕਾਲਜ ਜੀ ਤੇ ਉਹਦਾ ਬਾਇਓਮੈਟ੍ਰਿਕ ਹੋਇਆ ਸੀ 9 ਤਰੀਕ ਨੂੰ 9 ਤਰੀਕ ਨੂੰ 9 ਦਸੰਬਰ ਨੂੰ ਜੀ ਬਾਇਓਮੈਟ੍ਰਿਕ ਤੋਂ ਬਾਅਦ 12 ਤਰੀਕ ਨੂੰ ਉਹਨੂੰ ਮੈਸੇਜ ਆ ਗਿਆ ਜੀ ਤੁਹਾਡਾ ਰਿਫਿਊਜ਼ਲ ਦਾ ਕੇਸ ਆ ਗਿਆ ਉਹਦਾ ਜੀ ਤੇ ਰਿਫਿਊਜ਼ਲ ਦੇ ਵਿੱਚ ਸਿਰਫ ਇਹ ਲਿਖਿਆ ਜੀ ਤੁਹਾਡਾ ਸਾਲ ਦਾ ਕੋਰਸ ਹੈ ਤੁਸੀਂ ਮੁੜ ਕੇ ਨਹੀਂ ਆਉਣਾ ਕੈਨੇਡਾ ਤੋਂ ਇੱਕ ਤੁਹਾਡਾ ਜਿਹੜੀ ਪੜ੍ਹਾਈ ਆ ਤੁਹਾਡਾ ਉਹ ਪੜ੍ਹਾਈ ਦਾ ਕੋਰਸ ਨਹੀਂ ਤੁਸੀਂ ਵਿੱਚ ਭਰਿਆ ਹੁਣ ਉਹੀ ਪੜ੍ਹਾਈ ਕੀਤੀ ਉਹੀ ਕੋਰਸ ਹੈ ਜੀ ਬਸ ਆਹ ਦੋ ਗੱਲਾਂ ਲਿਖੀਆਂ ਜੀ ਉਹਨੇ ਹੁਣ ਦੱਸੋ ਅਸੀਂ ਕੀ ਕਰੀਏ ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਕੁਝ ਜੀ ਜ਼ਰੂਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਅਸੀਂ ਬੈਂਕ ਤੋਂ ਬੋਲ ਰਹੇ ਹਾਂ ਜੀ ਸਰ ਦੱਸੋ ਕੀ ਸਵਾਲ ਹੈ ਸਾਡਾ ਸਵਾਲ ਇਹ ਹੈ ਕਿ ਮੇਰੇ ਮਮ ਡੈਡ ਇੱਥੇ ਸੁਪਰ ਵੀਜ਼ਾ ਤੇ ਆਏ ਸੀਗੇ ਤੇ ਅਸੀਂ ਲਾਸਟ ਈਅਰ ਉਹਨਾਂ ਦੀ ਪੀਆਰ ਦੀ ਐਪਲੀਕੇਸ਼ਨ ਕੀਤੀ ਸੀ ਤੇ ਉਹਨਾਂ ਦਾ ਡਿਸੀਜਨ ਮੇਕ ਹੋ ਗਿਆ ਸੀ ਫਾਈਲ ਦੇ ਉੱਤੇ ਮਾਰਚ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਕੋਈ ਅਪਡੇਟ ਨਹੀਂ ਆਈ ਜੀ ਆਪਾਂ ਟੀਵੀ ਸਕਰੀਨ ਤੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਸ਼ੁਕਰੀਆ ਹੈਲੋ ਤਰਨ ਤੁਸੀਂ ਸਵਾਲ ਲਿਖਦੇ ਮੈਂ ਲਿਖ ਰਹੀ ਹਾਂ ਸਰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਮੈਂ ਇੱਥੋਂ ਕੈਨੇਡਾ ਤੋਂ ਬੋਲ ਰਹੀ ਹਾਂ ਆਪਣੇ ਮਿਸਟਰ ਹਾਂਜੀ ਦੱਸੋ ਜੀ ਕੀ ਸਵਾਲ ਹੈ ਹਾਂਜੀ ਮੈਂ ਤਾਂ ਪੁੱਛਣਾ ਸੀ ਵੀ 2 ਸਾਲ ਪਹਿਲਾਂ ਅਸੀਂ ਅਪਲਾਈ ਕੀਤਾ ਸੀ ਨੈਨੀ ਲਈ ਮੇਰੇ ਹਸਬੈਂਡ ਦੀ ਤਾਂ ਹੁਣ ਡੈਥ ਹੋ ਗਈ ਉਹਨਾਂ ਦੇ ਲਈ ਕੀਤਾ ਸੀ ਮੈਂ ਤੇ ਉਦੋਂ ਮੇਰੇ ਹਸਬੈਂਡ ਅਸੀਂ ਬਿਮਾਰ ਰਹਿੰਦੇ ਦੋਨੋਂ ਤਾਂ ਹੁਣ ਸਰਵਾਸ ਹੋ ਗਏ ਜੀ ਤੇ ਸਾਨੂੰ ਉਹਨੇ ਭਾਈ ਨੇ ਨਾ ਕੁਛ ਦੱਸਿਆ ਕਦੀ ਕਹਿੰਦਾ ਜੀ ਆਊਗਾ ਮਿਲੂਗਾ ਅਸੀਂ ਵਕੀਲ ਕੀਤਾ $2000 ਵੀ ਦਿੱਤਾ ਉਹਨੂੰ ਹਨਾ ਜੀ ਤੇ ਨਾ ਉਹਨੇ ਕੋਈ ਪੈਸਾ ਮੋੜਿਆ ਨਾ ਕੋਈ ਸਾਨੂੰ ਕੰਮ ਕੀਤਾ ਅਸੀਂ ਦੁਬਾਰਾ ਅਪਲਾਈ ਕਰਾ ਸਕਦੇ ਹਾਂ ਹਾਂਜੀ ਸੋ ਪਹਿਲਾਂ ਜਿਹੜਾ ਕੇਸ ਤੁਸੀਂ ਅਪਲਾਈ ਕੀਤਾ ਉਹਦਾ ਕੀ ਬਣਿਆ ਜੀ ਕੁਛ ਨਹੀਂ ਬਣਿਆ ਜੀ ਉਹਦਾ ਉਹ ਪਹਿਲਾਂ ਕਹਿੰਦਾ ਤੁਹਾਨੂੰ ਕੋਈ ਕਾਗਜ਼ ਪੱਤਰ ਚਿੱਠੀ ਆਇਆ ਹਾਂਜੀ ਨਹੀਂ ਜੀ ਉਹਨੇ ਉਹੀ ਜੋ ਦਿੱਤਾ ਸਾਡੇ ਕੋਲ ਪਏ ਆ ਉਹਨੇ ਇੱਕ ਲੈਟਰ ਦਿੱਤੀ ਸੀ ਮੈਂ ਪੈਸੇ ਇੰਨੇ ਲਏ 2000 ਲਿਆ
ਤੇ ਉਸ ਤੋਂ ਬਾਅਦ ਉਹਨੇ ਇੱਕ ਈਮੇਲ ਬਣਾ ਕੇ ਦਿੱਤੀ ਵੀ ਤੁਸੀਂ ਖੋਲ ਕੇ ਦੇਖ ਲਿਓ। ਮੈਂ ਤਾਂ ਖੋਲੀ ਨਹੀਂ, ਮੈਨੂੰ ਕਦੀ ਖੋਲਣੀ ਨਹੀਂ। ਉਦਾਂ ਮੇਰੇ ਬੇਟੇ ਨੇ ਖੋਲੀ ਸੀ ਇੱਕ ਵਾਰ, ਕੁਝ ਨਹੀਂ ਬਣਿਆ। ਉਸ ਤੋਂ ਬਾਅਦ ਉਹ ਕਹਿੰਦਾ ਜੀ ਪਹਿਲਾਂ ਕਹਿੰਦਾ 60,000 ਹੋਣੀ ਚਾਹੀਦੀ ਹੈ ਤੁਹਾਡੀ ਟੈਕਸ ਜਿਹੜੀ ਭਰਿਆ ਬੇਟੇ ਨੇ, ਤਾਂ ਉਹ ਬਾਅਦ ਚ ਕਹਿੰਦਾ 2-3 ਮਹੀਨੇ ਬਾਅਦ ਕਹਿੰਦਾ ਜੀ ਪੈਸੇ ਘੱਟ ਸੀਗੇ, 70,000 ਭਰਨੇ ਸੀ। ਉਹ ਹੁਣ ਨਾ ਤਾਂ ਪੈਸੇ ਮੋੜਦਾ ਤੇ ਨਾ ਕੋਈ ਗੱਲ ਨਾ ਕੁਛ ਆਇਆ ਜੀ ਤੁਹਾਡੀ ਕੋਈ ਫਾਈਲ ਤੇ ਕੋਈ ਡਿਸੀਜਨ ਆਇਆ ਵੀ ਕੋਈ ਰਿਜੈਕਟ ਹੋ ਗਈ ਜਾਂ ਫਿਰ ਅੱਗੇ ਪ੍ਰੋਸੈਸ ਚੱਲ ਰਿਹਾ ਵਾ? ਕੁਝ ਦੱਸਿਆ ਉਹਨਾਂ ਨੇ? ਨਹੀਂ, ਕੁਝ ਨਹੀਂ ਦੱਸਿਆ ਨਾ। ਹਾਂਜੀ। ਆਪਾਂ ਟੀਵੀ ਸਕਰੀਨ ਤੇ ਆਨਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਕੈਂਬਰਿਜ ਤੋਂ ਬੋਲਦਾ ਹਾਂ ਜੀ ਸਰ, ਦੱਸੋ ਕੀ ਸਵਾਲ ਹੈ? ਮੇਰਾ ਸਵਾਲ ਇਹ ਹੈ ਜੀ, ਮਤਲਬ ਜਦੋਂ ਨੈਨੀ ਵਾਸਤੇ ਅਪਲਾਈ ਕਰਦੇ ਹਾਂ ਜੀ, ਇੱਥੇ ਮੈਂ ਦੇਖ ਕੇ ਸੁਣਿਆ ਕਈ ਪ੍ਰੋਗਰਾਮਾਂ 'ਚ ਕਿ ਮਤਲਬ ਜਿਹੜਾ ਇੱਥੇ ਸਟੂਡੈਂਟ ਨੇ ਉਹ ਮਤਲਬ 1 ਸਾਲ ਦਾ ਐਕਸਪੀਰੀਅੰਸ ਲੈ ਲੈਂਦੇ ਨੇ ਤੇ ਨਾਲ ਹੀ ਅਪਲਾਈ ਕਰ ਦਿੰਦੇ ਨੇ। ਤੇ ਜਿਹੜੇ ਮਤਲਬ ਬਾਹਰਲੇ ਕੰਟਰੀ ਤੋਂ ਆਉਂਦੇ ਨੇ ਜਾਂ ਇੰਡੀਆ ਤੋਂ ਆਉਂਦੇ ਨੇ ਜੀ, ਉਹਨਾਂ ਵਾਸਤੇ ਮਤਲਬ ਜਿਹੜਾ ਹੈਗਾ ਉਹ ਫਿਰ ਮਤਲਬ ਉਹਨਾਂ ਵਾਸਤੇ ਨੈਨੀ ਕੋਰਸ ਜ਼ਰੂਰੀ ਹੈ? ਕੀ ਫਰਕ ਹੈ? ਮੈਨੂੰ ਤੁਹਾਡਾ ਸਵਾਲ ਬਿਲਕੁਲ ਨਹੀਂ ਸਮਝ ਆਇਆ ਕਿ ਜਿਹੜੇ ਇੱਧਰਲੇ ਸਟੂਡੈਂਟਸ ਜਦੋਂ ਇੱਥੇ ਆਉਂਦੇ ਨੇ ਤੇ ਨੈਨੀ ਬੇਸ ਦੇ ਉੱਤੇ ਅਪਲਾਈ ਕਰਦੇ ਨੇ ਆਪਣੀ ਪੀਆਰ ਦੇ ਲਈ ਅੱਗੇ, ਤਾਂ ਕਿ ਵਰਕ ਪਰਮਿਟ ਲੈ ਕੇ ਨੈਨੀ ਦਾ ਕੋਰਸ ਕਰਕੇ ਸੋ ਇੱਥੇ ਅਪਲਾਈ ਕਰਦੇ ਨੇ। ਇੱਕ ਜਿਹੜੇ ਬਾਹਰੋਂ ਕਰਦੇ ਨੇ ਅਪਲਾਈ, ਜਿਵੇਂ ਇੰਡੀਆ ਤੋਂ ਕਿਸੇ ਨੇ ਅਪਲਾਈ ਕਰਨਾ, ਦੋਵਾਂ ਦੇ ਵਿੱਚ ਕੀ ਡਿਫਰੈਂਸ ਹੈਗਾ ਆ? ਕਿ ਇੱਧਰਲੇ 1 ਸਾਲ ਦੇ ਅੰਡਰ ਕਰ ਸਕਦੇ ਆ ਐਕਸਪੀਰੀਅੰਸ, ਜਾਂ ਉੱਧਰਲੇ ਜਿਵੇਂ 2 ਸਾਲ ਦਾ ਘੱਟੋ ਘੱਟ ਚਾਹੀਦਾ ਆ, ਜ਼ਰੂਰੀ ਹੈ? ਆਹੀ ਸਵਾਲ ਹੈ ਜੀ ਤੁਹਾਡਾ? ਨਹੀਂ, ਮੇਰਾ ਸਵਾਲ ਇਹ ਸੀਗਾ ਜੀ, ਮਤਲਬ ਜਿਹੜਾ ਨਾ ਮਤਲਬ ਸਟੂਡੈਂਟ ਨੂੰ ਕਹਿੰਦੇ ਨੇ ਵੀ ਮਤਲਬ ਉਹ ਇੱਥੇ ਅਪਲਾਈ ਕਰਕੇ ਮਤਲਬ ਐਕਸਪੀਰੀਅੰਸ ਲੈ ਲੈਂਦੇ ਨੇ ਤੇ ਬਾਅਦ ਚ ਫਿਰ ਉਹ ਸ਼ੁਰੂ ਹੋ ਜਾਂਦਾ ਇਹਨਾਂ ਦਾ ਪ੍ਰੋਗਰਾਮ, ਤੇ ਉਧਰੋਂ ਜਿਹੜਾ ਇੰਡੀਆ ਤੋਂ ਆਉਂਦੇ ਨੂੰ ਉਹਨਾਂ ਨੂੰ ਨੈਨੀ ਕੋਰਸ ਕਰਨਾ ਪੈਂਦਾ ਹੈ ਜਾਂ ਉੱਥੋਂ ਹੀ 1 ਸਾਲ ਦਾ ਐਕਸਪੀਰੀਅੰਸ ਲੈਣਾ ਪੈਂਦਾ ਹੈ? ਨਹੀਂ ਜੀ, ਬਿਲਕੁਲ ਆਪ ਜੀ ਦੀ ਜਾਣਕਾਰੀ ਬਿਲਕੁਲ ਸਹੀ ਨਹੀਂ ਹੈਗੀ ਆ। ਹਾਂ ਜੀ, ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਤੇ ਹੁਣ ਆਪਾਂ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰੀਏ ਜੀ। ਪਹਿਲਾਂ ਇੱਕ ਸਰ ਦੀ ਕਾਲ ਆਈ ਸੀ ਕਿ ਜਿਹੜੀਆਂ ਪੀਆਰ ਦੀਆਂ ਐਪਲੀਕੇਸ਼ਨਸ ਪੇਰੈਂਟਸ ਦੀਆਂ ਲਾਈਆਂ ਹੋਈਆਂ ਨੇ ਹੁਣ ਸਾਲ ਦੀਆਂ, ਉਹ ਕਦੋਂ ਤੱਕ ਓਪਨ ਹੋਣਗੀਆਂ? ਹਾਂਜੀ, ਸੋ ਸਭ ਤੋਂ ਪਹਿਲਾਂ ਤਾਂ ਉਹ ਅਰਜ਼ੀਆਂ ਦੀ ਸੁਧਾਈ ਹੋਣੀ ਹੈ, ਉਹਨੂੰ ਕਰੈਕਟਨੈਸ ਲਈ ਦੇਖਿਆ ਜਾਣਾ ਤਾਂ ਕਿ ਕਿਸੇ ਨੂੰ 2 ਚਾਂਸ ਨਾ ਮਿਲ ਜਾਣ, ਤਾਂ ਕਿ ਜੇ ਇੱਕ ਬੰਦਾ 2 ਵਾਰੀ ਅਪਲਾਈ ਕਰਦਾ ਤਾਂ ਉਹ ਡਬਲ ਚਾਂਸ ਹੋ ਜਾਣਗੇ। ਸੋ ਐਤਕੀ ਇਹ ਵੀ ਕੀਤਾ ਗਿਆ, ਜੇ ਕਿਸੇ ਨੇ ਇਦਾਂ ਕੀਤਾ ਉਹਨੂੰ ਅਰਜ਼ੀ ਤੋਂ ਹੀ ਬਾਹਰ ਕਰ ਦੇਣਾ ਹੈਗਾ, ਕਿਉਂਕਿ ਉਹ ਟੈਕਨੀਕਲੀ ਉਹ ਮਿਸਰੈਪਰੈਜ਼ੈਂਟ ਕਰ ਰਿਹਾ ਹੈਗਾ। ਮਤਲਬ ਇਦਾਂ ਵੀ ਹੋ ਸਕਦਾ ਜਿਵੇਂ ਬ੍ਰਦਰ ਸਿਸਟਰ ਨੇ, ਸਿਬਲਿੰਗਸ ਨੇ ਆਪਣੇ ਪੇਰੈਂਟਸ ਦਾ ਕੀਤਾ ਹੋਵੇ, ਉਹਨਾਂ ਦਾ ਵੀ ਇਦਾਂ? ਉਹਨਾਂ ਬਿਲਕੁਲ ਨਹੀਂ ਜੀ, ਉਹ 2 ਇੰਡੀਵਿਜੂਅਲ ਨੇ। ਓਕੇ, ਠੀਕ। ਸੋ ਇੱਕ ਇੰਡੀਵਿਜੂਅਲ 2 ਵਾਰੀ ਕਰਦਾ ਉਹਦੇ ਉੱਤੇ ਇਹ ਪਹਿਲਾਂ ਹੋਇਆ ਹੈਗਾ। ਸੋ ਉਸ ਤੋਂ ਬਾਅਦ ਜਦੋਂ ਹੋ ਜਾਣਾ ਹੈਗਾ, ਫਿਰ ਉਹ ਤੋਂ ਬਾਅਦ ਰੈਂਡਮ ਡਰਾਅ ਕਰਿਆ ਜਾਣਾ ਤੇ ਇਹਦੇ 'ਚ ਕੋਈ ਵੀ ਤਰੀਕ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਹੈਗੀ ਹੈ। ਸੋ ਹੁਣ ਵੈਸੇ ਵੀ ਸਾਲ ਦਾ ਅਖੀਰ ਆ ਗਿਆ ਜੀ, ਸੋ ਆਹ ਸਾਲ ਦੇ ਵਿੱਚੋਂ ਤਾਂ ਆਸ ਨਹੀਂ, ਤੇ ਅਗਲੇ ਸਾਲ ਹੀ ਇਹ ਕ੍ਰਾਈਟੇਰੀਆ ਸ਼ੁਰੂ ਕੀਤਾ ਜਾਊਗਾ। ਤੇ ਦੂਜਾ ਮੈਨੂੰ ਇਹ ਅਸੈਸਮੈਂਟ ਵੀ ਲੱਗਦਾ ਕਿ ਸ਼ਾਇਦ ਇੱਕੋ ਡਰਾਅ ਹੋਰ ਕਰ ਲਿਆ ਜਾਵੇ ਤਾਂ ਕਿ 2 ਸਾਲਾਂ ਦੀਆਂ 30,000 ਅਰਜ਼ੀਆਂ ਨੂੰ ਇੱਕੋ ਵਾਰੀ ਨਿਬੇੜ ਲਿਆ ਜਾਵੇ। ਇਹ ਵੀ ਇੱਕ ਪੋਸੀਬਿਲਿਟੀ ਹੈਗੀ ਹੈ, ਕਿਉਂਕਿ ਜਿੰਨੀ ਦੇਰੀ ਹੈ ਜਿਹੜੀ ਉਹ ਹੋ ਰਹੀ ਹੈਗੀ ਹੈ ਜੀ। ਸੋ ਹਾਲੇ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਜੀ, ਇਹਦੇ ਤੋਂ ਕੋਈ ਤਰੀਕ ਨਿਸ਼ਚਿਤ ਨਹੀਂ ਹੋਈ ਹੈਗੀ ਜੀ। ਨੈਕਸਟ ਹੈ ਜੀ, ਜਿਨ੍ਹਾਂ ਦੀ ਕਾਲ ਆਈ ਸੀ ਕਿ ਉਹਨਾਂ ਨੇ ਆਪਣੀ ਬੇਟੀ ਲਈ ਅਪਲਾਈ ਕੀਤਾ ਸੀ ਇੰਡੀਆ ਤੋਂ, ਫਾਈਲ ਓਕੇ ਹੋ ਗਈ ਸੀ, ਕੈਲਗਰੀ ਦੇ ਵਿੱਚ ਉਹਨਾਂ ਦਾ ਬਾਇਓਡਾਟਾ ਬਾਇਓਮੈਟ੍ਰਿਕਸ ਵੀ ਡਨ ਹੋ ਗਏ ਸੀ, ਪਰ ਬਾਅਦ ਚੋਂ ਕੇਸ ਰਿਫਿਊਜ਼ ਹੋ ਗਿਆ। ਬਿਲਕੁਲ, ਮੈਂ ਦੱਸਣਾ ਚਾਹੁੰਦਾ ਜੀ, ਜਿਹੜੀ ਉਹਨਾਂ ਨੂੰ ਚਿੱਠੀ ਮਿਲੀ ਹੈਗੀ ਉਹ ਜੈਨਰਿਕ ਚਿੱਠੀ ਹੈਗੀ ਹੈ। ਉਸ ਤੋਂ ਕੁਝ ਉਹਨਾਂ ਨੇ ਆਪੇ ਅੰਦਾਜ਼ੇ ਲਾ ਕੇ ਤੇ ਉਹਦੇ ਚ ਵਰਡਸ ਨੂੰ ਪੁੱਟ ਇਨ ਕਰ ਲਿਆ। ਉਹਨਾਂ ਦਾ ਜਿਹੜਾ ਕੇਸ ਰਿਫਿਊਜ਼ ਹੋਇਆ ਧਾਰਾ 216 ਦੇ ਥੱਲੇ ਰਿਫਿਊਜ਼ ਹੋਇਆ, ਸੈਕਸ਼ਨ 216 ਦੇ ਥੱਲੇ। ਸੈਕਸ਼ਨ 216 ਦੀਆਂ ਅੱਗੇ ਰਿਕੁਆਇਰਮੈਂਟਸ ਨੇ ਜਿਹੜੀਆਂ ਉਹਨਾਂ ਨੇ ਆਪਾਂ ਨੂੰ ਪੜ੍ਹ ਕੇ ਦੱਸਤੀਆਂ ਸੀਗੀਆਂ ਕਿ ਵਾਪਸ ਨਹੀਂ ਆਉਣਾ। ਉਹ ਤਾਂ ਕਿਉਂ ਨਹੀਂ ਆਉਣਾ ਸਵਾਲ ਇਹ ਹੈ। ਤੇ ਦੂਜਾ, ਜੇ ਉਹ ਕ੍ਰਾਈਟੇਰੀਆ ਮੀਟ ਕਰਦੇ ਸੀ ਤਾਂ ਫਿਰ ਉਹਨਾਂ ਨੂੰ ਇਸ ਕੇਸ ਨੂੰ ਅਪੀਲ ਕਰਨਾ ਚਾਹੀਦਾ। ਕ੍ਰਾਈਟੇਰੀਆ ਕੀ ਹੈਗਾ? ਸਭ ਤੋਂ ਪਹਿਲਾਂ ਤਾਂ ਕਿ ਉਹਨਾਂ ਦੀ ਜਿਹੜੀ ਪੜ੍ਹਾਈ ਹੈਗੀ ਹੈ ਉਹਦੇ 'ਚ ਉਹਨਾਂ ਦਾ 60% ਤੋਂ ਉੱਤੇ ਜਿਹੜੀ ਪਿੱਛੇ ਪੜ੍ਹਾਈ ਹੋਈ ਹੈ, ਉਹ ਕਿਸੇ ਵੀ ਸਬਜੈਕਟ 'ਚੋਂ 60% ਤੋਂ ਘੱਟ ਨੰਬਰ ਨਹੀਂ ਹੋਣੇ ਚਾਹੀਦੇ, ਕਿਉਂਕਿ ਕੈਨੇਡਾ ਦਾ ਪਾਸਿੰਗ ਗ੍ਰੇਡ ਇਹ ਹੈਗਾ। ਦੂਜਾ, 6 ਬੈਂਡ ਤੋਂ ਉੱਤੇ ਹੋਣੇ ਚਾਹੀਦੇ ਨੇ। ਜੇ ਉਹਨਾਂ ਨੇ 12 ਜਮਾਤ ਕਰਕੇ ਆਉਣਾ ਸੀ, ਜੇ ਬੈਚਲਰਸ ਕਰਕੇ ਆਉਣਾ ਤਾਂ 7 ਬੈਂਡ ਹੋਣੇ ਚਾਹੀਦੇ ਨੇ ਜੀ। ਤੇ ਤੀਜਾ, ਇਹਦੇ ਨਾਲ ਜਿਹੜਾ ਉਹਨਾਂ ਦਾ ਕੋਰਸ ਹੈਗਾ ਉਹ ਉਹਨਾਂ ਦਾ ਪ੍ਰੋਗਰੈਸ਼ਨ ਦਿਖਾਉਣਾ ਚਾਹੀਦਾ, ਮਤਲਬ ਕੀ ਪੜ੍ਹਾਈ ਕਰ ਰਹੇ ਨੇ, ਉਹਨੂੰ ਅੱਗੇ ਫਾਇਦਾ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ, ਉਹ ਵੀ ਦਿਖਾਉਣਾ ਜ਼ਰੂਰੀ ਹੈ। ਸੋ ਜੇ ਸਾਰਾ ਕ੍ਰਾਈਟੇਰੀਆ ਉਹਨਾਂ ਨੇ ਮੀਟ ਕੀਤਾ ਤਾਂ ਇਹਨੂੰ ਅਪੀਲ ਕਰਨਾ ਚਾਹੀਦਾ।
ਤੇ ਅਪੀਲ ਕਰਨ ਲਈ ਉਹ ਸਾਡੇ ਆਫਿਸ ਨੂੰ ਵੀ ਕਾਲ ਜਿਹੜਾ ਕਰ ਸਕਦੇ ਹੈਗੇ ਆ। ਪਰ ਜੇ ਉਹ ਕ੍ਰਾਈਟੇਰੀਆ ਹੀ ਨਹੀਂ ਮੀਟ ਕਰ ਸਕਦੇ ਸੀਗੇ, ਇਹਨਾਂ ਚੋਂ ਕੋਈ ਜੋ ਆਪਾਂ ਹੁਣ ਡਿਸਕਸ਼ਨ ਕੀਤਾ ਉਹਦੇ ਚੋਂ ਕਿਤੇ ਨਾ ਕਿਤੇ ਕਮੀ ਸੀ, ਤੇ ਫਿਰ ਅਪੀਲ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੋਊਗਾ ਜੀ, ਤੇ ਫਿਰ ਉਹਨਾਂ ਨੂੰ ਕੇਸ ਹੀ ਨਹੀਂ ਲਾਉਣਾ ਚਾਹੀਦਾ ਸੀ, ਉਹ ਮੀਟ ਨਹੀਂ ਕਰਦੇ ਕ੍ਰਾਈਟੇਰੀਆ। ਬਿਲਕੁਲ ਜੀ। ਨੈਕਸਟ ਹੈ ਜੀ ਬ੍ਰੈਂਪਟਨ ਤੋਂ, ਜਿਨ੍ਹਾਂ ਦੀ ਕਾਲ ਆਈ ਸੀ ਕਿ ਉਹਨਾਂ ਦੇ ਪੇਰੈਂਟਸ ਸੁਪਰ ਵੀਜ਼ਾ ਤੇ ਆਏ ਸੀ, ਉਹਨਾਂ ਦੀ ਫਿਰ ਪੀਆਰ ਦੀ ਐਪਲੀਕੇਸ਼ਨ ਲਗਾਈ ਸੀ, ਮਾਰਚ ਵਿੱਚ ਡਿਸੀਜਨ ਡਨ ਦਾ ਆ ਗਿਆ ਸੀ, ਪਰ ਇਸ ਤੋਂ ਬਾਅਦ ਕੋਈ ਵੀ ਉਹਨਾਂ ਨੂੰ ਕੋਈ ਨਹੀਂ ਆਈ ਅਪਡੇਸ਼ਨ ਜੀ। ਪੈਰੈਂਟਸ ਦੇ ਸੁਪਰ ਵੀਜ਼ਾ ਆਉਣ ਨਾਲ ਤੇ ਡਿਸੀਜਨ ਆਉਣ ਨਾਲ ਕੋਈ ਸਿੱਧੇ ਤੌਰ ਤੇ ਆਪਸ ਵਿੱਚ ਸੰਬੰਧ ਨਹੀਂ ਹੈਗਾ, ਉਹ ਤਾਂ ਵਿਜ਼ਿਟ ਕਰਨਾ ਇਹਨੇ, ਉਹ ਰਹਿ ਸਕਦੇ ਨੇ। ਜਿਹੜੀ ਪੀਆਰ ਦੀ ਐਪਲੀਕੇਸ਼ਨ ਉਹ ਡਿਫਰੈਂਟ ਕ੍ਰਾਈਟੇਰੀਆ। ਹੁਣ ਡਿਸੀਜਨ ਮੇਡ ਦੇ ਉੱਤੋਂ ਦੋ ਵੱਖਰੇ ਕ੍ਰਾਈਟੇਰੀਆ ਨੇ ਜੀ, ਇਹ ਦੋ ਅਰਜ਼ੀਆਂ ਇੱਕ ਦੇ ਵਿੱਚ ਨੇ ਧਰਮ। ਇੱਕ ਅਰਜ਼ੀ ਹੈਗੀ ਸਪਾਂਸਰਸ਼ਿਪ ਜੀ, ਦੂਜੀ ਹੈ ਅਰਜ਼ੀ ਹੈਗੀ ਪਰਮਨੈਂਟ ਰੈਜ਼ੀਡੈਂਸ। ਜਿਹੜੀ ਸਪਾਂਸਰਸ਼ਿਪ ਅਰਜ਼ੀ ਹੈ ਉਹ ਜਿਹੜਾ ਬੰਦਾ ਸਪਾਂਸਰ ਕਰ ਰਿਹਾ, ਉਹਨਾਂ ਦਾ ਸਨ, ਡਾਟਰ, ਚਾਈਲਡ, ਗ੍ਰੈਂਡਚਾਈਲਡ ਜਿਹੜਾ ਵੀ ਹੈਗਾ, ਉਹਦੀ ਐਲੀਜੀਬਿਲਿਟੀ ਦਾ ਡਿਸੀਜਨ ਹੈ ਸਭ ਤੋਂ ਪਹਿਲਾਂ। ਜਦੋਂ ਉਹ ਫੈਸਲਾ ਹੋ ਜਾਊਗਾ ਉਸ ਤੋਂ ਬਾਅਦ ਫੈਸਲਾ ਹੋਊਗਾ ਪਰਮਨੈਂਟ ਰੈਜ਼ੀਡੈਂਸ ਦੀ ਅਰਜ਼ੀ ਦੇ ਉੱਤੇ। ਸੋ ਜਿੰਨਾ ਚਿਰ ਪਰਮਨੈਂਟ ਰੈਜ਼ੀਡੈਂਟ ਦੇ ਅਰਜ਼ੀ ਦੇ ਫੈਸਲਾ ਨਹੀਂ ਹੋਊਗਾ ਉਹਨਾਂ ਚਿਰ ਅੱਗੇ ਨਹੀਂ ਜਾਊਗਾ। ਤੇ ਦੂਜਾ, ਜੇ ਡਿਸੀਜਨ ਮੇਡ ਆ ਗਿਆ ਤਾਂ ਇਹਦਾ ਮਤਲਬ ਇਹ ਹੈਗਾ ਕਿ ਹਾਲੇ ਉਹਨਾਂ ਦੀ ਸਪਾਂਸਰਸ਼ਿਪ ਦੇ ਉੱਤੇ ਫੈਸਲਾ ਹੈ ਤੇ ਉਹਦੀ ਚਿੱਠੀ ਜਿਹੜੀ ਆਈ ਹੋਊਗੀ। ਜੇ ਡਿਸੀਜਨ ਮੇਡ ਹੋ ਗਿਆ ਉਹਨਾਂ ਦੇ ਪਰਮਨੈਂਟ ਰੈਜ਼ੀਡੈਂਸ, ਜਾਂ ਤਾਂ ਰਿਫਿਊਜ਼ਲ ਹੈ ਜਾਂ ਉਹਨਾਂ ਤੋਂ ਪਾਸਪੋਰਟ ਮੰਗਿਆ ਜਾਊਗਾ ਕਿ ਉਹਨਾਂ ਨੂੰ ਵੀਜ਼ਾ ਦੇਣ ਲਈ। ਸੋ ਆਪਾਂ ਪ੍ਰੀਵੀ ਨਹੀਂ ਹੈਗੇ, ਉਹ ਪੂਰੀਆਂ ਸਰਕਮਸਟੈਂਸਸ ਆਪਾਂ ਨੂੰ ਜਾਣਕਾਰੀ ਨਹੀਂ। ਸੋ ਮੈਂ ਕਾਲਰ ਨੂੰ ਕਹੂੰਗਾ ਸਾਡੇ ਆਫਿਸ ਕਾਲ ਕਰਨ ਜੀ, ਉਸ ਤੋਂ ਬਾਅਦ ਉਹਨਾਂ ਦੀਆਂ ਸਾਰੀਆਂ ਸਰਕਮਸਟੈਂਸਸ ਜਾਣ ਕੇ ਤੇ ਫਿਰ ਉਹਨੂੰ ਅੱਗੇ ਸਲਾਹ ਜਿਹੜੀ ਉਹ ਦਿੱਤੀ ਜਾ ਸਕਦੀ ਹੈ। ਨੈਕਸਟ ਮਿਸੀਸਾਗਾ ਤੋਂ ਮੈਮ ਦੀ ਕਾਲ ਆਈ ਸੀ ਕਿ ਉਹਨਾਂ ਨੇ 2 ਸਾਲ ਪਹਿਲਾਂ ਕਿਸੇ ਦਾ ਨੈਨੀ ਲਈ ਅਪਲਾਈ ਕੀਤਾ ਸੀ ਆਪਣੇ ਹਸਬੈਂਡ ਲਈ, ਬਟ ਉਹਨਾਂ ਦੀ ਡੈਥ ਹੋ ਗਈ, ਇਸ ਤੋਂ ਬਾਅਦ ਕੁਝ ਪਤਾ ਨਹੀਂ ਲੱਗਿਆ ਜੀ। ਇਹ ਜਿਹੜੀ ਸਰਕਮਸਟੈਂਸਸ ਨੇ ਇਹ ਬਹੁਤ ਅਨਫੋਰਚੂਨੇਟ ਨੇ। ਮੈਂ ਇਹ ਗੱਲ ਕਹੂੰਗਾ ਕਿ ਜਿੱਥੇ ਤੋਂ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਉਹਦਾ ਤੁਹਾਨੂੰ ਕ੍ਰਾਈਟੇਰੀਆ ਬਾਰੇ ਸਹੀ ਜਾਣਕਾਰੀ ਨਹੀਂ ਦਿੱਤੀ। ਜਿਹੜਾ ਇਮੀਗ੍ਰੇਸ਼ਨ ਪ੍ਰੋਫੈਸ਼ਨ ਹੈ ਇਹ ਕੋਈ ਸਰਵਿਸ ਨਹੀਂ ਹੈਗਾ ਜੀ, ਇਮੀਗ੍ਰੇਸ਼ਨ ਲਾਅ ਹੈਗਾ। ਸੋ ਇੱਕ ਉਹ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਤੋਂ ਬਾਅਦ ਇਹ ਬੰਦਾ ਕੰਮ ਕਰ ਸਕਦਾ ਹੈਗਾ। ਤੇ ਜਿਹੜਾ ਵੀ ਇੰਡੀਵਿਜੂਅਲ ਕੰਮ ਕਰ ਰਿਹਾ ਉਹਦੀ ਫਾਈਡੂਸ਼ਰੀ ਡਿਊਟੀ ਹੈ ਕਿ ਉਹ ਤੁਹਾਡੇ ਬੈਸਟ ਇੰਟਰਸਟ ਦੇ ਵਿੱਚ ਕੰਮ ਕਰੇ। ਜਿਵੇਂ ਡਾਕਟਰ ਹੈ, ਡਾਕਟਰ ਦੀ ਜ਼ਿੰਮੇਵਾਰੀ ਉਹ ਮਰੀਜ਼ ਦੇ ਬੈਸਟ ਇੰਟਰਸਟ ਦੇ ਵਿੱਚੋਂ ਕੰਮ ਕਰੇ। ਤੇ ਦੂਜਾ, ਜਿਹੜਾ ਵੀ ਉਹ ਕੰਮ ਕਰਿਆ ਤੇ ਉਹ ਕੰਮ ਨੂੰ ਉਹ ਜਸਟੀਫਾਈ ਕਰ ਸਕਦਾ, ਜਿਹੜੇ ਪੈਸੇ ਨੂੰ ਉਹ ਚਾਰਜ ਕਰ ਸਕਦਾ। ਤੇ ਜਿਹੜੇ ਤਾਂ ਰੈਗੂਲੇਟਡ ਪ੍ਰੋਫੈਸ਼ਨਲ ਨੇ ਉਹ ਤਾਂ ਬਿਲਕੁਲ ਨਹੀਂ ਏਦਾਂ ਕਰੂਗੇ ਜੀ। ਉਹ ਤਾਂ ਤੁਹਾਨੂੰ ਜੇ ਥੋੜਾ ਨਹੀਂ ਹੋਇਆ ਉਹ ਤੁਹਾਨੂੰ ਇਨਵੋਇਸ ਕਰੂਗੇ, ਦੱਸੂਗੇ ਵੀ ਤੇਰੇ ਇੰਨੇ ਪੈਸੇ ਖਰਚ ਹੋ ਗਏ, ਆ ਤੇਰਾ ਰਿਫੰਡ ਹੈ, ਜੇ ਤੇਰੇ ਕੰਨੀ ਰਹਿੰਦੇ ਆ ਤਾਂ ਤੂੰ ਸਾਡੇ ਪੈਸੇ ਦੇ। ਤੇ ਉਹ ਦੂਜਾ, ਜਿਹੜੇ ਕਾਉਂਸਲ ਨਹੀਂ ਕਹੂੰਗਾ ਉਹਨੂੰ, ਗੋਸਟ ਕੰਸਲਟੈਂਟ ਕਹੂੰਗਾ, ਇਹੋ ਜਿਹੇ ਲੋਕ ਹੈ ਜਿਹੜੇ ਤੋਂ ਪੈਸੇ ਵੀ ਕੈਸ਼ ਲੈਂਦੇ ਆ ਤੇ ਕਮਿਊਨੀਕੇਟ ਵੀ ਨਹੀਂ ਕਰਦੇ, ਕੋਈ ਰਸੀਦ ਵੀ ਨਹੀਂ ਦਿੰਦੇ। 3 ਕਿਸਮ ਦੇ ਲੋਕ ਤੁਹਾਨੂੰ ਰੈਪਰੈਜ਼ੈਂਟ ਕਰ ਸਕਦੇ ਆ। ਮੈਂਬਰ ICCRC, ਜਿਵੇਂ ਮੈਂ ਹੈਗਾ ਜੀ, ਮੇਰਾ ਰੈਗੂਲੇਟਰ ICCRC ਹੈ। ਉਵੇਂ ਜਿਵੇਂ ਪ੍ਰੋਵਿੰਸ਼ੀਅਲ ਲਾਅ ਸੁਸਾਇਟੀ ਜੋ ਕੋਈ ਪ੍ਰੋਵਿੰਸ ਦੀ ਲਾਅ ਸੁਸਾਇਟੀ ਦਾ ਮੈਂਬਰ ਹੈ, ਉਵੇਂ ਜਿਵੇਂ ਕਿਬੈਕ ਦੀ ਜਿਹੜੀ ਸ਼ਾਂਬਰ ਦੇ ਨੋਟੇਰ ਆ ਉਹਦਾ ਮੈਂਬਰ ਹੈ। ਇਹ ਤੋਂ ਬਿਨਾਂ ਤੁਹਾਨੂੰ ਕੋਈ ਵੀ ਇਮੀਗ੍ਰੇਸ਼ਨ ਲਾਅ 'ਚ ਰੈਪਰੈਜ਼ੈਂਟ ਨਹੀਂ ਕਰ ਸਕਦਾ ਹੈਗਾ। ਤੇ ਜਿਹੜੇ ਇਹ ਪ੍ਰੋਫੈਸ਼ਨਲਸ ਨੇ ਇਹ ਹਾਈਲੀ ਰੈਗੂਲੇਟਡ ਪ੍ਰੋਫੈਸ਼ਨਲ ਨੇ। ਰੈਗੂਲੇਟਰ ਹਰ ਟ੍ਰਾਂਜੈਕਸ਼ਨ ਦੇ ਧਿਆਨ ਹੈ ਜਿਹੜਾ ਉਹ ਰੱਖਦਾ ਹੈਗਾ। ਦੂਜਾ, ਜਿਹੜੀ ਕ੍ਰਾਈਟੇਰੀਆ ਤੁਸੀਂ ਮੀਟ ਕਰਦੇ ਆ ਕਿ ਨਹੀਂ ਕਰਦੇ, ਉਹ ਤੁਸੀਂ ਆਖਿਆ ਕਿ ਇਨਕਮ ਪ੍ਰੋਬਲਮ ਹੈ ਜਾਂ ਉਹਦੇ ਲਈ ਬੁਲਾਉਣਾ ਸੀ, ਉਹ ਡਿਫਰੈਂਟ ਕ੍ਰਾਈਟੇਰੀਆ। ਜਿਵੇਂ ਆਪਾਂ ਅੱਜ ਵੀ ਗੱਲ ਕਰ ਰਹੇ ਸੀ ਇਹ ਵਿਸ਼ੇ ਦੇ ਉੱਤੇ, ਜੇ ਬਜ਼ੁਰਗਾਂ ਲਈ ਬੁਲਾਉਣਾ ਹੈਗਾ ਤਾਂ ਜੇ ਬਜ਼ੁਰਗਾਂ ਦੇ ਬੈਂਕ ਅਕਾਊਂਟ 'ਚ ਪੈਸੇ ਹੈਗੇ ਆ ਤਾਂ ਉਹਨਾਂ ਨੂੰ ਕਿਸੇ ਹੋਰ ਨੋਟਿਸ ਆਫ ਅਸੈਸਮੈਂਟ ਦੀ ਜ਼ਰੂਰਤ ਨਹੀਂ ਹੈਗੀ ਹੈ। ਜੇ ਤੁਸੀਂ ਬੱਚਿਆਂ ਲਈ ਬੁਲਾਉਣਾ ਤਾਂ ਤੁਹਾਨੂੰ ਨੋਟਿਸ ਆਫ ਅਸੈਸਮੈਂਟ ਤੇ ਉਨੀ ਇਨਕਮ ਹੋਣੀ ਜ਼ਰੂਰੀ ਹੈਗੀ ਹੈ। ਸੋ ਉਹ ਤੋਂ ਹੁਣ ਅੱਗੇ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹ ਤਾਂ ਉਹਨਾਂ ਨੂੰ ਅਸੈਸਮੈਂਟ ਕਰਕੇ ਹੀ ਪਤਾ ਕਰਨਾ ਪਊਗਾ। ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਫੇਅਰਨੈਸ ਨਹੀਂ ਹੋਇਆ, ਇਨ ਫੇਅਰਨੈਸ ਟੂ ਯੂ ਤੁਹਾਨੂੰ ਉਹਨੇ ਓਵਰਚਾਰਜ ਕਰ ਲਿਆ ਜਾਂ ਤੁਹਾਡਾ ਕੰਮ ਨਹੀਂ ਕੀਤਾ, ਤੁਹਾਨੂੰ ਰਿਫੰਡ ਨਹੀਂ ਕੀਤਾ, ਤੁਸੀਂ ਉਹ ਰੈਗੂਲੇਟਰ ਨੂੰ ਕੰਪਲੇਂਟ ਹੈ ਜਿਹੜੀ ਉਹ ਕਰ ਸਕਦੇ ਹੋ। ਤੁਸੀਂ ਜੇ ਚਾਹੁੰਦੇ ਹੋ ਮੈਂ ਤੁਹਾਡੀ ਮਦਦ ਕਰਾਂ, ਮੈਂ ਤੁਹਾਡੀ ਇਸ ਕੇਸ ਦੀਆਂ ਸਰਕਮਸਟੈਂਸਸ ਸੁਣ ਕੇ ਤੁਹਾਡੀ ਮਦਦ ਜ਼ਰੂਰ ਕਰ ਸਕਦਾ ਹਾਂ। ਬਿਲਕੁਲ। ਇਸ ਤੋਂ ਬਾਅਦ ਕੈਂਬਰਿਜ ਤੋਂ ਸਰ ਦੀ ਕਾਲ ਆਈ ਸੀ, ਜਿਹੜੇ ਇੱਥੋਂ ਜਿਨ੍ਹਾਂ ਨੇ ਅਪਲਾਈ ਕਰਨਾ ਇਨਸਾਈਡ ਐਂਡ ਆਊਟਸਾਈਡ ਕੈਨੇਡਾ ਨੈਨੀਜ਼ ਦੇ ਲਈ, ਉਹ ਪੁੱਛਣਾ ਸੀ। ਬਿਲਕੁਲ। ਐਕਚੁਅਲੀ ਉਹਨਾਂ ਦਾ ਸਵਾਲ ਸੀਗਾ ਜਿਹੜਾ ਉਹ ਬਹੁਤ ਕਨਫਿਊਜ਼ਿੰਗ ਸਵਾਲ ਸੀ। ਮੇਬੀ ਉਹਨਾਂ ਨੇ ਡਿਫਰੈਂਟ ਇਨਫੋਰਮੇਸ਼ਨ ਨੂੰ ਮਿਕਸ ਕਰ ਲਿਆ ਹੋਵੇ। ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਰੇਡੀਓ ਸਟੇਸ਼ਨ ਤੋਂ ਇਹ ਗੱਲ ਸੁਣੀ ਹੈਗੀ ਹੈ। ਸੋ ਸ਼ਾਇਦ ਉਹਨਾਂ ਨੇ ਸਟੂਡੈਂਟਸ ਦੇ ਵਰਕ ਪਰਮਿਟ ਤੇ ਕੇਅਰ ਗਿਵਰ ਦੇ ਵਰਕ ਪਰਮਿਟ ਨੂੰ ਆਪਸ 'ਚ ਕਨਫਿਊਜ਼ ਕਰ ਲਿਆ। ਜਿਹੜਾ ਸਟੂਡੈਂਟ ਹੈ ਜੀ ਉਹਨੂੰ ਤਾਂ ਆਟੋਮੈਟਿਕਲੀ ਉਹ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਮਿਲ ਜਾਣਾ, ਉਹਨੇ ਹੋਰ ਕਿਸੇ ਵਰਕ ਪਰਮਿਟ ਦੀ ਉਹਨੂੰ ਕੀ ਜ਼ਰੂਰਤ ਹੈਗੀ ਹੈ।
ਹੁਣ ਜੇ ਕੋਈ ਸਟੂਡੈਂਟ ਆ ਉਹ 2 ਸਾਲ ਪੜ੍ਹਦਾ ਉਸ ਤੋਂ ਬਾਅਦ ਉਹਨੂੰ 3 ਸਾਲ ਦਾ ਵਰਕ ਪਰਮਿਟ ਮਿਲਦਾ ਹੈ। ਜੇ 1 ਸਾਲ ਕੰਮ ਕਰਦਾ ਤਾਂ ਉਹ ਐਲੀਜੀਬਲ ਹੋ ਜਾਂਦਾ ਹੈ। ਉਹ ਕੰਮ ਹਾਇਰ ਸਕਿੱਲ ਦੇ ਵਿੱਚ ਹੋਣਾ ਚਾਹੀਦਾ, ਨਹੀਂ ਤਾਂ ਲੋ ਸਕਿੱਲ ਆ ਤਾਂ ਕੰਮ ਕੁਆਲੀਫਾਈ ਨਹੀਂ ਕਰੂਗਾ ਉਹ। ਤੇ ਦੂਜੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਨੂੰ ਨੈਨੀ ਟ੍ਰੇਨਿੰਗ ਪ੍ਰੋਗਰਾਮ ਕਰਨਾ ਪੈਂਦਾ, ਉਹ ਸਾਰਿਆਂ ਨੂੰ ਨਹੀਂ ਕਰਨਾ ਪੈਂਦਾ ਤੁਰੰਤ। ਜੇ ਕੋਈ ਆਲਰੇਡੀ ਪਲੇ ਸਕੂਲ ਦੇ ਵਿੱਚੋਂ 1 ਸਾਲ ਦਾ ਐਕਸਪੀਰੀਅੰਸ ਹੈ, ਕ੍ਰੈਸ਼ ਦੇ ਵਿੱਚੋਂ 1 ਸਾਲ ਦਾ ਐਕਸਪੀਰੀਅੰਸ ਹੈਗਾ, ਡੇ ਕੇਅਰ ਦੇ ਵਿੱਚੋਂ 1 ਸਾਲ ਦਾ ਐਕਸਪੀਰੀਅੰਸ ਹੈ, ਉਹ ਨਰਸ ਕੁਆਲੀਫਾਈਡ ਨਰਸ ਹੈ, ਰਜਿਸਟਰਡ ਨਰਸ ਹੈ, BSc ਹੈ, ਜਰਨਲ GNM ਨਰਸ ਕੀਤਾ, ਉਹਨਾਂ ਨੂੰ ਤਾਂ ਕਿਸੇ ਹੋਰ ਕ੍ਰਾਈਟੇਰੀਆ ਮੀਟ ਕਰਨ ਦੀ ਲੋੜ ਨਹੀਂ ਹੈਗੀ ਹੈ। ਸੋ ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਇਹ 6 ਮਹੀਨੇ ਦੀ ਟ੍ਰੇਨਿੰਗ ਕਰਨੀ ਜਿਹੜੀ ਪਵੇ। ਤੇ ਦੂਜਾ ਇੱਕ ਇਹ ਵੀ ਗੱਲ ਸਾਹਮਣੇ ਆਈ ਪਿਛਲੇ ਸਮੇਂ ਦੇ ਵਿੱਚੋਂ ਕਿ ਜਿੱਥੇ ਇੱਥੇ ਸਕੂਲ ਕਾਲਜਸ ਨੇ ਕੇਅਰ ਗਿਵਨ ਦੇ ਪ੍ਰੋਗਰਾਮ ਦੇਣੇ ਸ਼ੁਰੂ ਕਰਤੇ ਵਿਜ਼ਿਟਰਸ ਨੂੰ। ਵਿਜ਼ਿਟਰ ਹੈ ਜੇ 6 ਮਹੀਨੇ ਤੋਂ ਘੱਟ ਦਾ ਪ੍ਰੋਗਰਾਮ ਹੈ ਤਾਂ ਉਹਨੂੰ ਸਟੱਡੀ ਪਰਮਿਟ ਦੀ ਲੋੜ ਨਹੀਂ, ਉਹ ਪੜ੍ਹ ਸਕਦਾ। ਪਰ ਇਹ ਜਿਹੜਾ ਪ੍ਰੋਗਰਾਮ ਹੈ 6 ਮਹੀਨੇ ਦਾ, ਤੁਹਾਡੀ ਪੜ੍ਹਾਈ 6 ਮਹੀਨੇ ਤੋਂ ਘੱਟ ਹੋਣੀ ਚਾਹੀਦੀ ਹੈ। ਦੋਵਾਂ 'ਚ ਕੌਨਫਲਿਕਟ ਹੈ ਨਾ, 1 ਦਿਨ ਦਾ ਫਰਕ ਹੈ। ਸੋ ਜੇ 6 ਮਹੀਨੇ ਦੀ ਪੜ੍ਹਾਈ ਹੈ ਤੁਹਾਨੂੰ ਪਰਮਿਟ ਲੈਣਾ ਪਊ, ਜੇ 6 ਮਹੀਨੇ ਤੋਂ ਘੱਟ ਦੀ ਪੜ੍ਹਾਈ ਹੈ ਫਿਰ ਤੁਹਾਨੂੰ ਪਰਮਿਟ ਨਹੀਂ ਲੈਣਾ ਪੈਣਾ। ਪਰ ਜੇ ਤੁਸੀਂ ਇਹੋ ਜਿਹਾ ਪ੍ਰੋਗਰਾਮ ਕਰ ਲੈਂਦੇ ਹੋ ਜਿਹੜਾ 6 ਮਹੀਨੇ ਤੋਂ 1 ਦਿਨ ਘੱਟ ਆ, ਤੁਸੀਂ ਵੈਸੇ ਹੀ ਨਹੀਂ ਕੁਆਲੀਫਾਈ ਕਰਦੇ ਹੈਗੇ ਆ। ਸੋ ਜਿਹੜਾ ਜਿਵੇਂ ਆਪਾਂ ਪਹਿਲਾਂ ਡਿਸਕਸ਼ਨ ਕਰ ਰਹੇ ਸੀ ਉਹਨੂੰ ਹੀ ਮੈਂ ਕੰਟੀਨਿਊ ਕਰ, ਜੇ ਅੱਗੇ ਸਵਾਲ ਹੈ ਕਹਿੰਦੇ ਮੈਂ ਸਿਰਫ 2 ਸਵਾਲ ਨੇ ਸਾਨੂੰ ਫੇਸਬੁੱਕ ਤੇ ਕਿਸੇ ਨੇ ਪੁੱਛੇ ਨੇ। ਇੱਕ ਤਾਂ ਗੁਰਜੀਤ ਸੇਖੋਂ ਜੀ ਦਾ ਸਵਾਲ ਹੈ ਕਿ ਵਰਕ ਪਰਮਿਟ ਵਾਲੇ ਆਪਣੇ ਪੇਰੈਂਟਸ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਨੇ ਇਸ ਟਾਈਮ? ਜਿਹੜਾ ਵਰਕ ਪਰਮਿਟ ਵਾਲਾ ਆਪਣੇ ਵਿਜ਼ਿਟ ਦਾ ਆਪਣੇ ਪੇਰੈਂਟ ਦਾ ਵਿਜ਼ਿਟ ਵੀਜ਼ਾ ਅਪਲਾਈ ਕਰਦਾ, ਇਹੋ ਜਿਹਾ ਕੋਈ ਕ੍ਰਾਈਟੇਰੀਆ ਨਹੀਂ। ਵਿਜ਼ਿਟਰ ਅਪ ਦਾ ਵੀਜ਼ਾ ਆਪ ਅਪਲਾਈ ਕਰਦਾ ਹੈ। ਇਹ ਹੈਗਾ ਸੁਪਰ ਵੀਜ਼ਾ ਜਿੱਥੇ ਕਿ ਜਿਹੜਾ ਪੈਰੈਂਟ ਜਿਹੜਾ ਚਾਈਲਡ ਹੈ, ਗ੍ਰੈਂਡ ਚਾਈਲਡ ਹੈ, ਉਹ ਅਪਲਾਈ ਕਰਦਾ ਹੈ। ਪਰ ਹੋਰ ਕੋਈ ਵੀ ਵਿਜ਼ਿਟਰ ਹੈ ਉਹ ਆਪ ਦਾ ਵੀਜ਼ਾ ਆਪ ਅਪਲਾਈ ਕਰਦਾ ਹੈਗਾ। ਹਾਂ, ਸੋ ਇਹ ਜਿਹੜੇ ਵਰਕਰ ਨੇ ਉਹ ਸਿੱਧਾ ਭੇਜ ਸਕਦੇ ਆ। ਪਰ ਆਪਾਂ ਨੂੰ ਪਤਾ ਟਰੈਵਲ ਰਿਸਟ੍ਰਿਕਸ਼ਨਸ ਨੇ ਜੀ, ਉਹ ਟਰੈਵਲ ਰਿਸਟ੍ਰਿਕਸ਼ਨਸ ਕਰਕੇ ਜਿਹਨੂੰ ਵੀਜ਼ਾ ਮਿਲ ਵੀ ਜਾਊਗਾ ਉਹ ਤਾਂ ਵੀ ਟਰੈਵਲ ਨਹੀਂ ਕਰ ਸਕਦੇ ਹੈਗੇ। ਤੇ ਦੂਜਾ ਜਿਹੜਾ ਉਹ ਨਾਨ ਡਿਸਕ੍ਰਿਸ਼ਨਰੀ ਪਰਪਸ ਹੋਣਾ ਚਾਹੀਦਾ। ਸੋ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਕੈਨੇਡਾ ਘੁੰਮਣ ਆ ਰਿਹਾ ਇਸ ਕਰਕੇ ਤਾਂ ਉਹਨੂੰ ਆਉਣ ਨਹੀਂ ਦਿੱਤਾ ਜਾਊਗਾ। ਹਾਂਜੀ, ਉਹ ਸੋ ਮੇਰੀ ਸਲਾਹ ਹੈ ਕਿ ਜਦੋਂ ਤੱਕ ਟਰੈਵਲ ਰਿਸਟ੍ਰਿਕਸ਼ਨਸ ਨਹੀਂ ਜਾਂਦੀਆਂ ਉਦੋਂ ਤੱਕ ਵਰਕਰਸ ਨੂੰ ਜਾਂ ਸਟੂਡੈਂਟਸ ਨੂੰ ਆਪਣੇ ਪੇਰੈਂਟਸ ਨੂੰ ਇਹ ਸੱਦਾ ਨਹੀਂ ਭੇਜਣਾ ਚਾਹੀਦਾ ਕਿ ਉਹ ਕਾਮਯਾਬ ਨਹੀਂ ਹੋਊਗਾ। ਜੀ ਬਿਲਕੁਲ। ਤੇ ਇੱਕ ਸਵਾਲ ਸਾਡਾ ਕਾਲਰ ਜੁੜ ਕੇ ਨੇ, ਉਹਨਾਂ ਦਾ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕਿੱਥੋਂ ਬੋਲ ਰਹੇ ਹੋ? ਮੈਂ ਮੈਨੀਟੋਬਾ ਤੋਂ ਬੋਲਦਾ ਹਾਂ ਜੀ। ਮੇਰਾ ਕੁਐਸਚਨ ਹੈ ਖਹਿਰਾ ਸਾਹਿਬ ਨੂੰ। ਸਰ, ਮੇਰੀ ਨਾ ਡਾਕਟਰ ਇਨ ਲਾ ਨੇ ਵਰਕ ਪਰਮਿਟ ਅਪਲਾਈ ਕੀਤਾ ਹੈ ਮੇਰੇ ਬੇਟੇ ਦਾ। ਮੇਰਾ ਬੇਟਾ ਹੈਗਾ ਇੰਡੀਆ ਵਿੱਚ ਤੇ ਉਸਦਾ ਸਪਾਂਸਰ ਵਰਕ ਪਰਮਿਟ ਅਪਲਾਈ ਕੀਤਾ ਸੀ ਜਨਵਰੀ 'ਚ। ਤੇ ਉਹਦੇ ਬਾਅਦ ਇੱਕ ਉਹਨਾਂ ਦੀ ਇਨਕੁਆਇਰੀ ਆਈ ਸੀ, ਇਨਕੁਆਇਰੀ ਦਾ ਜਵਾਬ ਉਹਨਾਂ ਨੇ ਭੇਜਤਾ ਸੀ, ਮਾਰਚ 'ਚ ਭੇਜ ਦਿੱਤਾ ਸੀ। ਉਸਦੇ ਬਾਅਦ ਕੋਈ ਵੀ ਅਪਡੇਟ ਨਹੀਂ ਆਈ। ਸੋ ਜਿਹੜੀ ਤੁਹਾਡੀ ਡਾਟਰ ਇਨ ਲਾ ਹੈ ਕੀ ਕੰਮ ਕਰਦੇ ਹੈ ਜੀ? ਉਹ ਇੱਥੇ ਟੋਰਾਂਟੋ ਵਿੱਚ ਹੀ ਹੈ, ਟੋਰਾਂਟੋ 'ਚ ਕੰਮ ਕਰ ਰਹੀ ਹੈ। ਕੀ ਕੰਮ B ਕਲਾਸ B ਨਾਮ ਦੀ ਜੌਬ ਕਰ ਰਹੀ ਹੈ ਜੀ, ਵਰਕ ਪਰਮਿਟ ਤੇ। ਤੇ ਕਿਆ ਉਹਨੇ ਹੁਣ PR ਦੀ ਫਾਈਲ ਲਗਾਣੀ ਹੈ ਤੇ ਕਿਆ ਉਹ PR ਦੀ ਫਾਈਲ ਲਗਾ ਸਕਦੀ ਹੈ ਜਾਂ ਉਹਦਾ ਵੇਟ ਕਰਨਾ ਪਏਗਾ ਜਦ ਤੱਕ ਉਹਦਾ ਸਪਾਊਸ ਦਾ ਜਦ ਤੱਕ ਆਉਂਦਾ ਨਹੀਂ, ਵਰਕ ਪਰਮਿਟ ਦਾ ਜਵਾਬ ਨਹੀਂ ਆਉਂਦਾ, ਉਹਦਾ ਵੇਟ ਕਰੀਏ ਜਾਂ PR ਦੀ ਫਾਈਲ ਲਗਾ ਦਈਏ? ਉਹਦੀ ਕਿਸ ਤਰ੍ਹਾਂ ਕਰੀਏ? PR ਦੀ ਫਾਈਲ ਨਾਲ ਉਹਦੇ ਵਰਕ ਪਰਮਿਟ ਦਾ ਕੋਈ ਵੀ ਸਬੰਧ ਨਹੀਂ ਹੈਗਾ। ਤੁਸੀਂ ਵਰਡ ਯੂਜ਼ ਕੀਤਾ ਸੀ ਉਹਨਾਂ ਨੂੰ ਇਨਕੁਆਇਰੀ ਆਇਆ ਸੀਗਾ। ਸੋ ਜੇ ਤੁਸੀਂ ਨਹੀਂ ਦੱਸਣਾ ਚਾਹੁੰਦੇ ਹੋ, ਪ੍ਰਾਈਵੇਟ ਇਨਫੋਰਮੇਸ਼ਨ ਹੈਗੀ ਹੈ ਤਾਂ ਤੁਹਾਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਜੀ। ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਬਾਕੀ ਦਾ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਧੰਨਵਾਦ ਜੀ ਸਰ। ਸੋ ਆਪਾਂ ਪ੍ਰਾਈਵੇਟ ਇਨਫੋਰਮੇਸ਼ਨ ਨੂੰ ਨਹੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਜੀ। ਸੋ ਜਿਹੜਾ ਉਹ ਇਨਕੁਆਇਰੀ ਹੈ ਉਸੇ ਨੇ ਕੇਸ ਨੂੰ ਡਿਲੇ ਹੈ ਜਿਹੜਾ ਉਹ ਕੀਤਾ ਹੋਇਆ ਹੈਗਾ। ਸੋ ਆਪਾਂ ਪ੍ਰੀਵੀ ਨਹੀਂ ਹੈਗੇ, ਆਪਾਂ ਨੂੰ ਨਹੀਂ ਪਤਾ ਕਿ ਉਹ ਇਨਕੁਆਇਰੀ ਕੀ ਸੀਗੀ। ਸੋ ਉਹਨੂੰ ਜਾਣਕਾਰੀ ਲੈਣਾ ਜ਼ਰੂਰੀ ਹੈ ਤਾਂ ਕਿ ਅੱਗੇ ਸਲਾਹ ਦੇਣ ਲਈ। ਤੇ ਦੂਜਾ ਜਿਹੜਾ ਇਹਨਾਂ ਦਾ ਸੈਕੰਡ ਪਾਰਟ ਸੀ ਇਹਨਾਂ ਦੇ ਕੁਐਸਚਨ ਦਾ, ਉਹ ਇਹ ਸੀਗਾ ਕਿ ਉਹ PR ਲਈ ਐਲੀਜੀਬਲ ਹੈ ਤੇ ਉਹ ਐਪਲੀਕੇਸ਼ਨ ਕਰੇ ਜਾਂ ਇੰਤਜ਼ਾਰ ਕਰੇ। ਉਹਦਾ ਕੋਈ ਫਰਕ ਨਹੀਂ ਜੀ, ਉਹਦੇ ਹਸਬੈਂਡ ਨੂੰ ਵਰਕ ਪਰਮਿਟ ਹੈ ਜਾਂ ਨਹੀਂ ਹੈ, ਉਹ ਤੋਂ ਬਿਨਾਂ ਵੀ ਉਹ ਜਿਹੜੀ ਆਪਣੀ ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਲਾ ਸਕਦੀ। ਉਹਦੀ ਕੋਈ ਬੇਅਰਿੰਗ ਨਹੀਂ ਉਹਦੇ ਕੋਲ ਵਰਕ ਪਰਮਿਟ ਹੈਗਾ ਜਾਂ ਉਹਦੇ ਕੋਲ ਵਰਕ ਪਰਮਿਟ ਨਹੀਂ ਹੈਗਾ। ਤੇ ਦੂਜੀ ਜਿਹੜਾ ਇਹਦੇ 'ਚੋਂ ਸਭ ਤੋਂ ਇੰਪੋਰਟੈਂਟ ਜਿਹੜਾ ਪਾਰਟ ਹੈਗਾ ਉਹ ਹੈਗਾ ਕਿ ਉਹਦੇ ਰਿਫਿਊਜ਼ਲ ਨਾਲ ਕੀ ਇਹਦੇ ਉੱਤੇ ਬੇਅਰਿੰਗ ਹੋ ਸਕਦਾ? ਹਾਂਜੀ, ਉਹ ਜ਼ਰੂਰ ਹੋ ਸਕਦਾ, ਬਿਲਕੁਲ ਬੇਅਰਿੰਗ ਹੋ ਸਕਦਾ ਜੀ। ਬਿਲਕੁਲ। ਤੇ ਇੱਕ ਸਾਨੂੰ ਦਰਸ਼ਕ ਨੇ ਹੋਰ ਪੁੱਛਿਆ ਹੈ ਕਿ ਉਹਨਾਂ ਦਾ 3 ਵਾਰੀ ਸਟੱਡੀ ਵੀਜ਼ਾ ਰਿਫਿਊਜ਼ ਹੋ ਗਿਆ, ਕੀ ਉਹ ਦੁਬਾਰਾ ਰਿਸਕ ਲੈਣ ਇਸ ਦੇ ਲਈ? ਇਹ ਬਹੁਤ ਡਿਫਿਕਲਟ ਕੁਐਸਚਨ ਟੂ ਆਨਸਰ ਹੈ ਜੀ। ਪਹਿਲਾਂ ਤਾਂ ਇਹ ਦੇਖਣਾ ਕਿ ਰਿਫਿਊਜ਼ ਹੋਇਆ ਕਿਉਂ ਹੈ। ਜਿੰਨਾ ਚਿਰ ਇਹ ਹਾਂਜੀ
ਇਹਨੂੰ ਰੇਜ਼ ਜੂਡੀਕਾਟਾ ਆਖਿਆ ਜਾਂਦਾ ਹੈ। ਰੇਜ਼ ਜੂਡੀਕਾਟਾ ਇੱਕ ਲੈਟਿਨ ਵਰਡ ਹੈ, ਲਾਅ ਦੇ ਵਿੱਚ ਇਹਦਾ ਮਤਲਬ ਹੈਗਾ ਕਿ ਇੱਕ ਫੈਸਲੇ ਤੇ ਫਿਰ ਤੋਂ ਕਿਉਂ ਫੈਸਲਾ ਕੀਤਾ ਜਾਵੇ ਜੇ ਤੱਥ ਵੀ ਉਹੀ ਹੈ, ਬੰਦਾ ਵੀ ਉਹੀ ਹੈ ਤੇ ਐਵੀਡੈਂਸ ਵੀ ਹੋਇਆ, ਸਬੂਤ ਬੰਦਾ ਤੇ ਤੱਥ ਉਹੀ ਨੇ ਤਾਂ ਫਿਰ ਫੈਸਲਾ ਵੀ ਉਹੀ ਰਹੇ। ਸੋ ਜੇ ਇਹ ਨਹੀਂ ਪਤਾ ਕਿ ਰਿਫਿਊਜ਼ਲ ਕਿਉਂ ਕੀਤਾ ਗਿਆ, ਦੁਬਾਰੇ ਲਾਓਗੇ ਤੇ ਫਿਰ ਰਿਫਿਊਜ਼ਲ ਆਊ, ਫਿਰ ਲਾਓਗੇ ਤੇ ਫਿਰ ਰਿਫਿਊਜ਼ਲ ਆਊ। ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਉਹਨੂੰ ਰਿਫਿਊਜ਼ ਕਿਉਂ ਕੀਤਾ ਗਿਆ। ਜਿਵੇਂ ਪਹਿਲੇ ਕਾਲਰ ਨੇ ਆਪਾਂ ਨੂੰ ਦੱਸਿਆ ਸੀ ਕਿ ਉਹਨਾਂ ਦੀ ਉਹਨੂੰ ਪਹਿਲਾਂ ਬਾਇਓਮੈਟ੍ਰਿਕ ਹੋ ਗਏ, ਫਿਰ ਉਹਨੂੰ ਰਿਫਿਊਜ਼ਲ ਕਰਤਾ ਤੇ ਕੀ ਕਰੀਏ। ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਅਪੀਲ ਕਰਨਾ ਚਾਹੀਦਾ ਜੋ ਕ੍ਰਾਈਟੇਰੀਆ ਮੀਟ ਕਰਦੇ ਆ। ਜੇ ਕ੍ਰਾਈਟੇਰੀਆ ਮੀਟ ਨਹੀਂ ਕਰਦੇ ਤਾਂ ਦੁਬਾਰੇ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਚਾਹੀਦਾ। ਤੇ ਜੇ ਉਹ ਕਿਊਰੀਅਸ ਨੇ ਜਾਣਨ ਲਈ ਕਿ ਕਿਉਂ ਹੋਇਆ ਤਾਂ ਉਹਦੇ ਲਈ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਹੈਗਾ, ਉਹਦੇ ਚ ਪਟੀਸ਼ਨ ਕਰ ਸਕਦੇ ਆ ਤਾਂ ਪੂਰੀ ਫਾਈਲ ਦੀ ਕਾਪੀ ਆ ਜਾਊਗੀ ਤੇ ਉਤੋਂ ਪਤਾ ਚੱਲੂਗਾ ਉਹਨੂੰ ਕਿਉਂ ਰਿਫਿਊਜ਼ ਕੀਤਾ ਗਿਆ। ਜੀ ਬਿਲਕੁਲ। ਤੇ ਸਰ ਇੱਕ ਕਾਲਰ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਰ ਜੀ, ਮੈਂ ਮੌਂਟਰੀਅਲ ਤੋਂ ਗੱਲ ਕਰ ਰਹੀ ਹਾਂ ਕਿ ਮੈਂ ਆਪਣੀ ਮਦਰ ਦਾ ਵੀਜ਼ਾ ਅਪਲਾਈ ਕੀਤਾ ਸੀ, ਸੁਪਰ ਵੀਜ਼ਾ, ਅੱਜ ਤੋਂ 4 ਮਹੀਨੇ ਪਹਿਲੇ ਜੀ। ਤੇ ਉਹਦੀ ਮੈਨੂੰ ਐਕਨੋਲੇਜਮੈਂਟ ਵੀ ਆ ਗਿਆ ਸੀ ਤੇ ਉਹਦਾ ਮੈਂ ਜਦੋਂ ਉਹਨੂੰ ਆਨਲਾਈਨ ਚੈੱਕ ਕਰਨੀ ਆ ਉਹ ਪ੍ਰੋਸੈਸ ਦੇ ਵਿੱਚ ਹੀ ਫਾਈਲ ਜਾ ਰਹੀ ਹੈ, ਤਾਂ ਕਿੰਨਾ ਟਾਈਮ ਲੱਗੇਗਾ ਇਹਦਾ ਪ੍ਰੋਸੈਸ ਦਾ? ਹਾਂਜੀ, ਸੋ ਜਿਹੜੀਆਂ ਸਭ ਤੋਂ ਟੌਪ ਪ੍ਰਾਇੋਰਟੀ ਹੈ ਜੀ ਪ੍ਰੋਸੈਸਿੰਗ ਦੇ ਵਿੱਚੋਂ ਉਹ ਹੈਗੇ ਸਟੂਡੈਂਟ ਦੇ ਕੇਸਿਸ, ਕਿਉਂਕਿ ਉਹਨਾਂ ਨੇ ਆਪਦਾ ਪੜ੍ਹਾਈ ਸ਼ੁਰੂ ਕਰਨੀ ਹੁੰਦੀ ਹੈ। ਦੂਜੇ ਨੰਬਰ ਤੇ ਪ੍ਰਾਇੋਰਟੀ 'ਚ ਹੈਗੇ ਜਿਹੜੇ ਅਪੀਲ ਦੇ ਕੇਸਿਸ ਨੇ, ਸੋ ਕੋਈ ਵਿਆਹ ਦਾ, ਕੋਈ ਬੱਚਿਆਂ ਦਾ, ਕੋਈ ਪੈਰੈਂਟਸ ਦਾ ਜਿਹੜਾ ਅਪੀਲ ਦਾ ਕੇਸ ਜਿੱਤਿਆ ਹੋਇਆ, ਦੂਜੀ ਪ੍ਰਾਇੋਰਟੀ ਉਹ ਹੈਗੀ ਹੈ ਜੀ। ਇਹ ਤੋਂ ਬਾਅਦ ਤੀਜੀ ਪ੍ਰਾਇੋਰਟੀ ਹੈਗੇ ਵਰਕਰਸ ਜਿਨ੍ਹਾਂ ਨੇ ਆ ਕੇ ਕੰਮ ਸ਼ੁਰੂ ਕਰਨਾ ਹੈਗਾ। ਉਸ ਤੋਂ ਬਾਅਦ ਫਿਰ ਅੱਗੇ ਕ੍ਰਾਈਟੇਰੀਆ, ਕਿਉਂਕਿ ਬੰਦੇ ਘੱਟ ਕੰਮ ਕਰ ਰਹੇ ਨੇ ਤਾਂ ਸਰਟਨ ਤਰੀਕੇ ਨਾਲ ਹੀ ਕੰਮ ਹੈ ਜਿਹੜਾ ਉਹਨਾਂ ਦਾ ਉਹ ਕੀਤਾ ਜਾ ਰਿਹਾ ਹੈ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਇੱਥੋਂ ਕੈਨੇਡਾ ਤੋਂ ਬੋਲਦਾ ਜੀ। ਸਰ ਦੱਸੋ ਕੀ ਸਵਾਲ ਹੈ? ਹੈਲੋ ਜੀ ਸਰ ਦੱਸੋ ਕੀ ਸਵਾਲ ਹੈ? ਸਵਾਲ ਇਹ ਹੈ ਕਿ ਮੇਰਾ ਬੇਟਾ ਸਿਟੀਜ਼ਨ ਹੈ ਤੇ ਉਹਦੀ ਮੈਰਿਜ ਹੋ ਗਈ ਸੀਗੀ 2019 ਚ ਤੇ ਮਈ ਚ ਅਸੀਂ ਫਾਈਲ ਲਾ ਗਏ 25 ਮਈ ਨੂੰ ਜੀ। ਸਪਾਊਸ ਦਾ ਵੀਜ਼ੇ ਬਾਰੇ ਪੁੱਛ ਰਹੇ ਕਿੱਥੇ ਦੀ ਪ੍ਰੋਸੈਸ ਹੈ, ਕਿੱਥੇ ਚੱਲ ਰਿਹਾ, ਕਿਹੜਾ ਚਲਾ, ਉਹਦੇ ਬਾਰੇ 2019 ਚ ਐਪਲੀਕੇਸ਼ਨ ਕੀਤੀ ਹੈ ਜੀ। 2019 ਚ ਹਾਂਜੀ 2019 ਨਹੀਂ ਮਈ ਚ ਕੀਤੀ ਹੈ। ਮਈ 2019 ਮਈ 2020 ਮਈ 2020। ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਜਿਹੜੀਆਂ ਅਰਜ਼ੀਆਂ ਮਾਰਚ ਤੋਂ ਬਾਅਦ ਕੀਤੀਆਂ ਹੈਗੀਆਂ ਨੇ ਜੀ ਉਹਨਾਂ ਨੂੰ ਟੈਂਪਰੇਰੀ ਫਾਈਲ ਨੰਬਰ ਇਸ਼ੂ ਹੋਣੇ ਸ਼ੁਰੂ ਹੋ ਗਏ ਨੇ। ਸੋ ਜੇ ਕਾਲਰ ਨੂੰ ਟੈਂਪਰੇਰੀ ਫਾਈਲ ਨੰਬਰ ਨਹੀਂ ਆਇਆ ਹਾਲੇ ਤੱਕ ਤਾਂ ਫਿਰ ਇਹਨਾਂ ਨੂੰ ਫਿਕਰਮੰਦ ਹੋਣਾ ਚਾਹੀਦਾ ਹੈ, ਕਿਉਂਕਿ ਟੈਂਪਰੇਰੀ ਫਾਈਲ ਨੰਬਰ ਦਾ ਮਤਲਬ ਇਹ ਹੈ ਕਿ ਫਾਈਲ ਦਾਖਲ ਹੋ ਗਈ ਹੈ ਤੇ ਜਿਹੜੇ ਕਾਗਜ਼ ਪੱਤਰ ਤੁਹਾਨੂੰ ਚਾਹੀਦੇ ਹੋਣਗੇ ਉਹ ਬਾਅਦ ਚੋਂ ਮੰਗ ਲਏ ਜਾਣਗੇ, ਕਿਉਂਕਿ ਇਹ ਸਾਰੀਆਂ ਫਾਈਲਾਂ ਜਿਹੜੀਆਂ ਇਹ ਸਿਡਨੀ ਨੋਵਾ ਸਕੋਸ਼ੀਆ ਦੇ ਵਿੱਚੋਂ ਜਾਂਦੀਆਂ ਨੇ ਤੇ ਉੱਥੇ ਜਾਣ ਤੋਂ ਬਾਅਦ ਇਹ ਸਟੈਕ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਕੰਮ ਨਹੀਂ ਹੋ ਰਿਹਾ ਸੀ। ਉਸ ਤੋਂ ਬਾਅਦ ਹੁਣ ਇੱਕ ਫਾਈਲ ਨੂੰ ਕੱਢ ਕੇ ਉੱਤੇ ਪ੍ਰੋਸੈਸ ਕੀਤਾ ਜਾ ਰਿਹਾ। ਪਰ ਜੇ ਮਈ ਚਲਾਈ ਹੈ ਤੇ ਹਾਲੇ ਟੈਂਪਰੇਰੀ ਫਾਈਲ ਨੰਬਰ ਨਹੀਂ ਆਇਆ ਤਾਂ ਸਾਡੇ ਆਫਿਸ ਨੂੰ ਜ਼ਰੂਰ ਕੰਟੈਕਟ ਕਰਨ ਜੀ, ਇਹਨਾਂ ਦੀ ਮਦਦ ਕਰ ਸਕਦੇ ਆ ਜੀ। ਬਿਲਕੁਲ। ਇੱਕ ਕਾਲਰ ਹੋ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ। ਮੈਂ ਟੋਰਾਂਟੋ ਤੋਂ ਬੋਲ ਰਹੀ ਹਾਂ ਜੀ। ਦੱਸੋ ਸਵਾਲ। ਹਾਂ ਮੈਡਮ ਮੇਰਾ ਇਹ ਕੁਐਸਚਨ ਹੈਗਾ ਸੀ ਕਿ ਨੈਨੀ ਕੇਅਰ ਕਰਨ ਵਾਸਤੇ ਜਿਹੜਾ ਕੋਰਸ ਹੈ ਇਹਦੇ ਲਈ ਕੋਈ ਏਜ ਲਿਮਿਟ ਵੀ ਹੁੰਦੀ ਹੈ? ਨੈਨੀ ਕੇਅਰ ਲਈ ਕੋਈ ਏਜ ਲਿਮਿਟ ਹੈ? ਏਜ ਲਿਮਿਟ ਹਾਂਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਹਾਂਜੀ, ਕੋਈ ਏਜ ਲਿਮਿਟ ਨਹੀਂ ਹੈਗੀ। ਵਰਕਿੰਗ ਏਜ ਦੇ ਵਿੱਚ ਤੁਸੀਂ ਕਰ ਸਕਦੇ ਹੋ 18 ਸਾਲ ਤੋਂ ਲੈ ਕੇ 60 ਇਅਰਸ ਦੇ ਵਿਚਾਲੇ ਜਿਵੇਂ ਮਰਜ਼ੀ ਕਰ ਸਕਦੇ ਹੋ ਜੀ। ਬਿਲਕੁਲ। ਕਾਲਸ ਕਾਫੀ ਆ ਰਹੀਆਂ ਨੇ। ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡਾ ਸਮਾਂ ਹੁਣ ਇਜਾਜ਼ਤ ਲੈਣ ਦਾ ਹੋ ਰਿਹਾ। ਕੋਸ਼ਿਸ਼ ਕਰਿਆ ਕਰੋ ਕਿ ਸਾਡਾ ਹਰ ਟਿਊਜ਼ਡੇ ਨੂੰ ਪ੍ਰੋਗਰਾਮ ਜਿਹੜਾ ਉਹ 3 ਵਜੇ ਸ਼ੁਰੂ ਹੋ ਜਾਂਦਾ, ਉਸ ਟਾਈਮ ਤੁਸੀਂ ਕਾਲ ਕਰਿਆ ਕਰੋ। ਇੱਕ ਲਾਸਟ ਕਾਲ ਲੈ ਲੈਂਦੇ ਹਾਂ ਸਰ। ਹੈਲੋ ਜੀ। ਸ਼ਾਇਦ ਸਾਡੇ ਦਰਸ਼ਕ ਸਾਨੂੰ ਟੀਵੀ ਸਕਰੀਨ ਤੇ ਜ਼ਿਆਦਾ ਸੁਣ ਰਹੇ ਨੇ। ਤੇ ਸਰ ਇੱਕ ਮੈਮ ਨੇ ਇੱਥੇ ਮੇਰੇ ਖਿਆਲ ਦੇ ਵਿੱਚ ਉਹ ਕਾਫੀ ਆਪਣੀ ਬੇਟੀ ਨੂੰ ਲੈ ਕੇ ਵਰਡ ਨੇ। ਉਹ ਕਹਿ ਰਹੇ ਨੇ ਕਿ ਉਹਨਾਂ ਦੀ ਡਾਟਰ ਇੰਡੀਆ ਦੇ ਵਿੱਚ ਆ, ਉਹ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੇ ਨੇ। ਫਿਲਹਾਲ ਉਹ ਇੱਥੇ ਵਰਕ ਪਰਮਿਟ ਤੇ ਨੇ। ਆਥੋਰਾਈਜ਼ੇਸ਼ਨ ਲੈਟਰ ਲਈ ਅਪਲਾਈ ਕੀਤਾ ਹੋਇਆ ਬਟ ਅਜੇ ਤੱਕ ਆਈ ਨਹੀਂ ਹੈਗੀ। ਤੇ ਕੀ ਉਹ ਆਪਣੀ ਬੇਟੀ ਨੂੰ ਲੈ ਕੇ ਲਿਆ ਸਕਦੇ? ਆਉਣ 'ਚ ਕੋਈ ਉਹਨਾਂ ਨੂੰ ਪ੍ਰੋਬਲਮ ਤਾਂ ਨਹੀਂ ਹੋਏਗੀ? ਹਾਂਜੀ, ਬਿਨਾਂ ਆਥੋਰਾਈਜ਼ੇਸ਼ਨ ਤੋਂ ਜੇ ਚਲੇ ਜਾਣਗੇ ਨਾ ਇਹ ਆ ਸਕਣਗੇ ਨਾ ਡਾਟਰ ਆ ਸਕੂਗੀ। ਸੋ ਇਹਦੇ 'ਚ ਕਾਫੀ ਡਿਟੇਲਸ ਚਾਹੀਦੀਆਂ ਹੈਗੀਆਂ ਨੇ। ਸੋ ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਸਾਡੇ ਆਫਿਸ ਨੂੰ ਕਾਲ ਕਰ ਲੈਣ ਜੀ। ਉਹ ਮੇਰੇ ਨਾਲ ਅਪਾਇੰਟਮੈਂਟ ਫਿਕਸ ਕਰ ਦੇਣਗੇ। ਉਸ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕਰਕੇ ਹੀ ਇਹਦਾ ਮਾਮਲੇ ਦਾ ਹੱਲ ਹੈ ਜਿਹੜਾ ਹੋ ਸਕਦਾ ਹੈ ਜੀ। ਬਿਲਕੁਲ ਸਰ। ਹੁਣ ਸਮਾਂ ਵੀ ਕਾਫੀ ਘੱਟ ਰਹਿ ਗਿਆ ਤੇ ਨੈਨੀ ਕੇਅਰ ਪ੍ਰੋਗਰਾਮ ਦੀ ਆਪਾਂ ਗੱਲ ਕਰ ਰਹੇ ਸੀ। ਬਿਲਕੁਲ ਜੀ। ਸੋ ਜਿਹੜੇ ਇੰਡੀਵਿਜੂਅਲਸ ਨੇ ਇੱਥੇ ਬੁਲਾਉਣਾ, ਜਿਵੇਂ ਪਹਿਲਾਂ ਵੀ ਕਾਲਰ ਦੀ ਕਾਲ ਆਈ ਸੀ ਕਿ ਇਨਕਮ ਕ੍ਰਾਈਟੇਰੀਆ ਹੈਗਾ 2 ਹਿੱਸਿਆਂ 'ਚ ਵੰਡਿਆ ਪ੍ਰੋਗਰਾਮ ਹੈ।
ਸੋ ਜਿਹੜਾ ਤਾਂ ਬੱਚਿਆਂ ਲਈ ਬੁਲਾਉਣਾ ਤੁਸੀਂ ਉਹਦੇ 'ਚ ਸਿੰਪਲ ਫਾਰਮੂਲਾ ਜਿਹੜਾ ਵਰਤਿਆ ਜਾਂਦਾ ਉਹ ਹੈਗਾ ਕਿ ਜਿਹੜੇ ਕਿੰਨੇ ਪਰਿਵਾਰ ਦੇ ਮੈਂਬਰ ਨੇ, ਉਹਦੀ ਗਰੀਬੀ ਰੇਖਾ ਕਿੰਨੀ ਆ ਉਹ ਏਰੀਆ ਦੇ ਵਿੱਚੋਂ, ਪਲੱਸ ਨੈਨੀ ਦੀ ਤਨਖਾਹ। ਸੋ ਜੇ ਆਪਾਂ ਫੋਰ ਐਗਜ਼ਾਮਪਲ ਲੈਣਾ ਚਾਹੀਏ, ਹਸਬੈਂਡ ਵਾਈਫ ਤੇ ਇੱਕ ਬੱਚਾ ਹੈਗਾ, 3 ਜਾਣਿਆਂ ਲਈ ਜਿਹੜੀ ਗਰੀਬੀ ਰੇਖਾ ਉਹ 38,000 ਹੈ। ਨੈਨੀ ਨੂੰ 30,000 ਤੁਸੀਂ ਸਾਲਾਨਾ ਤਨਖਾਹ ਦੇਣੀ ਹੈ। ਸੋ ਤੁਹਾਡੀ ਘੱਟੋ ਘੱਟ ਇਨਕਮ 68,000 ਹੋਣੀ ਚਾਹੀਦੀ ਹੈ ਜੀ, ਜੇ ਬੱਚੇ ਲਈ ਬੁਲਾਉਣਾ ਹੈ। ਇਹਨੂੰ 80-20 ਰੇਸ਼ੋ 'ਚ ਵੀ ਕੈਲਕੂਲੇਟ ਕੀਤਾ ਜਾ ਸਕਦਾ ਹੈ। 80% ਇਨਕਮ ਹੈ ਜਿਹੜੀ ਉਹ ਤੁਹਾਡੀ ਨੋਟਿਸ ਆਫ ਅਸੈਸਮੈਂਟ ਤੇ ਹੋਵੇ, 20% ਜਿਹੜਾ ਤੁਹਾਡੇ ਬੈਂਕ 'ਚੋਂ ਪੈਸੇ ਹੋਣ ਤਾਂ ਵੀ ਐਲੀਜੀਬਿਲਿਟੀ ਮੀਟ ਕਰ ਸਕਦੇ ਹੋ। ਬਜ਼ੁਰਗਾਂ ਲਈ ਜੇ 65 ਸਾਲ ਤੋਂ ਵੱਡੇ ਹੈਗੇ ਆ ਤੇ ਬਜ਼ੁਰਗ ਆਪਦੇ ਲਈ ਬੁਲਾਉਣਾ ਚਾਹੁੰਦੇ ਆ, ਉਹਨਾਂ ਲਈ ਕੋਈ ਨੋਟਿਸ ਆਫ ਅਸੈਸਮੈਂਟ ਦਾ ਕ੍ਰਾਈਟੇਰੀਆ ਨਹੀਂ ਹੈਗਾ। ਜੇ ਉਹਨਾਂ ਕੋਲੇ $60,000 ਬੈਂਕ 'ਚ ਨੇ, ਮਤਲਬ 2 ਸਾਲ ਤਨਖਾਹ ਦੇਣ ਦੀ ਕੈਪੈਸਿਟੀ ਉਹਨਾਂ ਕੋਲੇ ਹੈਗੀ ਹੈ, ਤਾਂ ਵੀ ਉਹਨਾਂ ਨੂੰ ਮਨਜ਼ੂਰੀ ਹੈ ਜਿਹੜੀ ਉਹ ਮਿਲ ਸਕਦੀ ਹੈ। ਤੇ ਦੂਜਾ ਇਹ ਪ੍ਰੋਗਰਾਮ ਹੈ ਜਿਹੜਾ ਇਹ ਇੰਪਲੋਇਰ ਸਪੈਸੀਫਿਕ ਨਹੀਂ ਹੈਗਾ। ਸੋ ਇਹ 'ਚ ਕੋਈ LMIA ਦੀ ਜ਼ਰੂਰਤ ਨਹੀਂ ਹੈਗੀ ਹੈ। ਇਹ ਆਕਿਊਪੇਸ਼ਨ ਸਪੈਸੀਫਿਕ ਹੈ। ਕਹਿਣ ਦਾ ਮਤਲਬ ਹੈ ਕਿ ਤੁਸੀਂ ਕੇਅਰ ਗਿਵਰ ਦਾ ਕੰਮ ਕਰ ਸਕਦੇ ਹੋ, ਪਰ ਕਿਸੇ ਇੰਡੀਵਿਜੂਅਲ ਨਾਲ ਵੀ ਕਰ ਸਕਦੇ ਹੋ। ਇਨੀਸ਼ੀਅਲੀ ਤੁਹਾਨੂੰ ਕੋਈ ਚਾਹੀਦਾ ਜਿਹਦੇ ਨਾਲ ਕੰਮ ਕਰਨਾ, ਪਰ ਜੇ ਤੁਸੀਂ ਇੱਥੇ ਆ ਗਏ ਉੱਥੇ ਕੰਮ ਨਹੀਂ, ਤਾਂ ਤੁਹਾਨੂੰ ਵਰਕ ਪਰਮਿਟ ਬਦਲਾਉਣ ਦੀ ਜ਼ਰੂਰਤ ਨਹੀਂ। ਤੁਸੀਂ ਕਿਸੇ ਹੋਰ ਨਾਲ ਵੀ ਕੰਮ ਕਰ ਸਕਦੇ ਹੋ ਤੇ 2 ਸਾਲ ਕੰਮ ਕਰਨ ਤੋਂ ਬਾਅਦ ਤੁਹਾਡੀ ਇਮੀਗ੍ਰੇਸ਼ਨ ਹੋ ਜੂਗੀ। ਇਮੀਗ੍ਰੇਸ਼ਨ ਜਦੋਂ ਤੁਹਾਡਾ ਵਰਕ ਪਰਮਿਟ ਫਾਈਲ ਕਰਨਾ ਹੈ ਤਾਂ ਤੁਹਾਡੀ PR ਦੀ ਫਾਈਲ ਵੀ ਉਹਦੇ ਨਾਲ ਹੀ ਜਾਣੀ ਹੈਗੀ ਹੈ। ਤੁਹਾਨੂੰ ਵਰਕ ਪਰਮਿਟ ਤਾਂ ਹੀ ਦਿੱਤਾ ਜਾਊਗਾ ਜੇ ਤੁਸੀਂ PR ਲਈ ਕੁਆਲੀਫਾਈ ਕਰਦੇ ਹੋ। ਜੇ PR ਲਈ ਕੁਆਲੀਫਾਈ ਨਹੀਂ ਕਰਦੇ ਤੁਹਾਨੂੰ ਵਰਕ ਪਰਮਿਟ ਵੀ ਨਹੀਂ ਮਿਲੂਗਾ। ਤੇ ਦੂਜਾ ਜਿਹੜੇ ਕਿਉਂਕਿ ਇਹ ਲੋ ਸਕਿੱਲ ਜੌਬ ਹੈਗੀ ਹੈ, ਇਹਦੇ ਵਿੱਚੋਂ ਕੁਆਲੀਫਾਈ ਨਹੀਂ ਕਰਦੇ ਸੀ ਸਪਾਊਸਸ ਆਉਣ ਨੂੰ। ਸੋ ਇਹ ਵੀ ਇੱਕ ਚੇਂਜ ਕੀਤਾ ਗਿਆ। ਇਸ ਕੈਟਾਗਰੀ ਦੇ ਵਿੱਚੋਂ ਜਿਹੜਾ ਸਪਾਊਸ ਆ ਉਹਦੀ ਐਪਲੀਕੇਸ਼ਨ ਵੀ ਵਰਕ ਪਰਮਿਟ ਦੀ ਨਾਲ ਹੀ ਲੱਗ ਜਾਣੀ ਹੈ, ਉਸੇ ਐਪਲੀਕੇਸ਼ਨ ਦੇ ਨਾਲ। ਜੇ ਕੋਈ ਬੱਚੇ ਨੇ ਤਾਂ ਉਹਨਾਂ ਦੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਵੀ ਲੱਗ ਸਕਦੀ ਹੈ। ਜਦੋਂ ਮਨਜ਼ੂਰੀ ਹੋਣ ਤੋਂ ਬਾਅਦ ਉਹ ਇੱਥੇ ਆਉਂਦੇ ਆ, ਉਹ ਤੋਂ ਬਾਅਦ 2 ਸਾਲ ਕੰਮ ਕਰਨ ਤੋਂ ਬਾਅਦ ਉਹਨਾਂ ਦੀ PR ਹੈ ਜਿਹੜੀ ਉਹ ਹੋ ਸਕਦੀ ਹੈਗੀ ਹੈ। ਤੇ ਇੰਪੋਰਟੈਂਟ ਜਿਹੜੀ ਗੱਲ ਹੈਗੀ ਹੈ ਉਹ ਹੈਗੀ ਹੈ ਕਿ ਜਿਹੜਾ ਕ੍ਰਾਈਟੇਰੀਆ ਉਹਦੇ ਵਿੱਚੋਂ ਤੁਸੀਂ 12 ਗ੍ਰੇਡ ਕੁਆਲੀਫਾਈ ਨਹੀਂ ਕਰੋਗੇ। 12 ਜਮਾ 1 ਸਾਲ ਪੋਸਟ ਸੈਕੰਡਰੀ ਤੁਹਾਡੀ ਐਜੂਕੇਸ਼ਨ ਹੋਣੀ ਜ਼ਰੂਰੀ ਹੈ। ਉਹ ਕ੍ਰੈਡੈਂਸ਼ੀਅਲ ਇਵੈਲੂਏਸ਼ਨ ਹੋਣਾ ਜ਼ਰੂਰੀ ਹੈ। 5 ਬੈਂਡ ਇੰਗਲਿਸ਼ 'ਚ ਹੋਣੇ ਚਾਹੀਦੇ ਨੇ। ਤੇ ਜ਼ਰੂਰੀ ਨਹੀਂ ਕਿ ਹਰ ਕਿਸੇ ਨੇ ਨੈਨੀ ਦਾ ਕੋਰਸ ਕਰਨਾ। ਜੇ ਤੁਸੀਂ GNM ਹੋ ਜਾਂ ਤੁਸੀਂ ਰਜਿਸਟਰਡ ਨਰਸ ਹੈਗੇ ਹੋ BSc, ਤੁਹਾਨੂੰ ਕਿਸੇ ਕੋਰਸ ਜਾਂ ਟ੍ਰੇਨਿੰਗ ਦੀ ਲੋੜ ਨਹੀਂ ਹੈਗੀ। ਜੇ ਤੁਹਾਡਾ 1 ਸਾਲ ਦਾ ਪਲੇ ਸਕੂਲ ਦੇ ਵਿੱਚੋਂ, ਕ੍ਰੈਸ਼ ਦੇ ਵਿੱਚੋਂ, ਡੇ ਕੇਅਰ ਦੇ ਵਿੱਚੋਂ ਐਕਸਪੀਰੀਅੰਸ ਹੈ, ਫਿਰ ਵੀ ਤੁਹਾਨੂੰ ਟ੍ਰੇਨਿੰਗ ਦੀ ਲੋੜ ਨਹੀਂ। ਜੇ ਤੋਂ ਇਲਾਵਾ ਤੁਸੀਂ ਕੋਈ ਵੀ ਤੁਹਾਡਾ ਐਕਸਪੀਰੀਅੰਸ ਨਹੀਂ ਹੈਗਾ, ਫਿਰ ਤੁਹਾਨੂੰ ਟ੍ਰੇਨਿੰਗ ਦੀ ਜ਼ਰੂਰਤ ਹੈਗੀ ਹੈ ਜੀ। ਫਿਰ ਉਹ ਤੋਂ ਬਿਨਾਂ ਕੁਆਲੀਫਾਈ ਨਹੀਂ ਕਰੋਗੇ ਤੁਸੀਂ। ਸੋ ਜਿਹੜਾ ਕੋਈ ਵੀ ਇੰਡੀਵਿਜੂਅਲ ਇਹਦੇ ਲਈ ਕੁਆਲੀਫਾਈ ਕਰਦਾ ਹੈ ਉਹਦੇ ਲਈ ਬਹੁਤ ਵਧੀਆ ਸੁਨਹਿਰੀ ਮੌਕਾ ਜੀ। ਖਾਸ ਕਰਕੇ GNM ਜਾਂ ਨਰਸ BSc ਨਰਸਿੰਗ, ਉਹਨਾਂ ਦੇ ਪੁਆਇੰਟਸ ਕਈ ਵਾਰੀ ਨਹੀਂ ਬਣਦੇ PR ਕੁਆਲੀਫਾਈ ਕਰਨ ਲਈ ਐਕਸਪ੍ਰੈਸ ਐਂਟਰੀ 'ਚ। ਉਹ ਇਹ ਪ੍ਰੋਗਰਾਮ ਨੂੰ ਜੇ ਅਪਣਾਉਂਦੇ ਨੇ ਤਾਂ ਉਹਨਾਂ ਦੀ ਇਮੀਗ੍ਰੇਸ਼ਨ ਬਿਲਕੁਲ ਹੋ ਸਕਦੀ ਹੈ। ਬਿਲਕੁਲ ਜੀ। ਤੇ ਹੁਣ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਦਰਸ਼ਕ ਜਿਹੜੇ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੁਝ ਕਹਿਣਾ ਚਾਹੁੰਦੇ? ਹਾਂਜੀ, ਜਿਵੇਂ ਆਪਾਂ ਅੱਜ ਸ਼ੋਅ ਦੇ ਦੌਰਾਨ ਵੀ ਗੱਲ ਕੀਤੀ ਸੀ ਕਿ ਇਮੀਗ੍ਰੇਸ਼ਨ ਸਰਵਿਸ ਨਹੀਂ ਹੈਗਾ, ਇਮੀਗ੍ਰੇਸ਼ਨ ਲਾਅ ਹੈਗਾ। ਸੋ ਜਿੰਨਾ ਚਿਰ ਤੁਹਾਨੂੰ ਕਾਨੂੰਨ ਦੀ ਸਹੀ ਜਾਣਕਾਰੀ ਨਹੀਂ, ਉਹਨਾਂ ਚਿਰ ਤੁਸੀਂ ਇਹ ਮਾਮਲੇ ਨੂੰ ਆਪਣੇ ਹੱਥ 'ਚ ਨਾ ਲਓ ਜੀ। ਤੇ ਇੱਕ ਕੰਪੀਟੈਂਟ ਕਾਉਂਸਲ ਦੀ ਹੀ ਸਲਾਹ ਲੈ ਕੇ ਕਰੋ। ਉਹਦੇ ਲਈ ਸਾਨੂੰ ਵੀ ਤੁਸੀਂ ਕਾਲ ਕਰ ਸਕਦੇ ਆ ਜੀ। ਮੋਸਟਲੀ ਜਦੋਂ ਆਪਾਂ ਇੱਥੇ ਡਿਸਕਸ਼ਨ ਕਰਦੇ ਹਾਂ, ਆਪਾਂ ਮੇਨ ਪੁਆਇੰਟਸ ਜ਼ਰੂਰ ਦੱਸਦੇ ਹਾਂ, ਪਰ ਪੂਰੀ ਡਿਟੇਲ 'ਚ ਆਪਾਂ ਜਾਣਕਾਰੀ ਨਹੀਂ ਦਿੰਦੇ। ਸੋ ਸਮਟਾਈਮਸ ਹਾਫ ਜਾਣਕਾਰੀ ਦੇ ਨਾਲ ਹੀ ਦਰਸ਼ਕ ਜਿਹੜੇ ਆ ਉਹ ਕੋਸ਼ਿਸ਼ ਕਰਦੇ ਆ ਖੁਦ ਅਪਲਾਈ ਕਰਨ ਦੀ। ਉਹ ਬਹੁਤ ਖਤਰਨਾਕ ਹੋ ਸਕਦਾ ਜੀ। ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ। ਆਪਾਂ ਓਵਰਵਿਊ ਦੇ, ਆਪਾਂ ਇਨਫੋਰਮੇਸ਼ਨ ਦੇ ਰਹੇ ਹਾਂ, ਆਪਾਂ ਐਡਵਾਈਜ਼ ਨਹੀਂ ਕਰ ਰਹੇ। ਸੋ ਇਨਫੋਰਮੇਸ਼ਨ ਤੇ ਐਡਵਾਈਜ਼ ਦੇ ਵਿੱਚ ਬਹੁਤ ਫਰਕ ਹੈ। ਜਿਹੜੀ ਸਰਕਾਰ ਦੀ ਵੈਬਸਾਈਟ ਹੈ ਉਹ ਤੁਹਾਨੂੰ ਇਨਫੋਰਮੇਸ਼ਨ ਦੇ ਰਹੀ ਹੈ, ਉਹ ਤੁਹਾਨੂੰ ਐਡਵਾਈਜ਼ ਨਹੀਂ ਕਰ ਰਹੀ ਹੈ। ਉਹਨੇ ਡਿਸਕਲੇਮਰ ਵੀ ਦਿੱਤਾ ਹੋਇਆ। ਸੋ ਜਿਵੇਂ ਆਪਾਂ ਨੂੰ ਦਵਾਈਆਂ ਦੀ ਜਾਣਕਾਰੀ ਇੰਟਰਨੈਟ ਤੋਂ ਮਿਲ ਸਕਦੀ ਹੈ, ਪਰ ਇਲਾਜ ਹੈ ਜਿਹੜਾ ਉਹ ਇੱਕ ਡਾਕਟਰ ਹੀ ਕਰ ਸਕਦਾ। ਉਵੇਂ ਜਿਵੇਂ ਜੇ ਕੋਈ ਲੀਗਲ ਐਸਪੈਕਟ ਹੈ ਤਾਂ ਇੱਕ ਲੀਗਲ ਕਾਉਂਸਲ ਤੋਂ ਹੀ ਸਲਾਹ ਲਿਆ ਕਰੋ। ਬਿਲਕੁਲ ਜੀ। ਤੇ ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਜਿਨ੍ਹਾਂ ਦੇ ਅਸੀਂ ਫੋਨਸ ਅਟੈਂਡ ਨਹੀਂ ਕਰ ਪਾਏ, ਮਾਫੀ ਚਾਹਾਂਗੇ। ਤੁਸੀਂ ਕੱਲ ਨੂੰ ਸੇਮ 3 ਵਜੇ ਫਿਰ ਕਾਲ ਕਰ ਸਕਦੇ ਹੋ। ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਹੁੰਦੇ ਆ 3 ਵਜੇ ਤੁਸੀਂ ਕਾਲ ਸਟਾਰਟ ਕਰ ਦਿਆ ਕਰੋ, ਕਿਉਂਕਿ ਕਈ ਵਾਰੀ ਤੁਸੀਂ ਪ੍ਰੋਗਰਾਮ ਦੇ ਅਖੀਰ 'ਚ ਕਾਲ ਕਰਦੇ ਹੋ, ਉਸ ਵੇਲੇ ਕਾਲਸ ਅਟੈਂਡ ਕਰਨੀਆਂ ਮੁਸ਼ਕਿਲ ਹੋ ਜਾਂਦੀਆਂ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਸਰ। ਤੁਹਾਡਾ ਵੀ ਬਹੁਤ ਧੰਨਵਾਦ। ਸ਼ੁਕਰੀਆ ਜੀ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।